ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਨੇ। ਹਰ ਰੋਜ਼ ਦੀ ਤਰ੍ਹਾਂ ਕੁਝ ਇੱਕ ਖਬਰਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਪਾਵਾਂਗੇ ਸਾਂਝ ਤੇ ਕੁਝ ਵਿਸ਼ਲੇਸ਼ਣ। ਕੋਈ ਖਬਰਾਂ ਦੇ ਪਿੱਛੇ ਕੀ ਖਬਰ ਚੱਲ ਰਹੀ ਹੁੰਦੀ ਆ ਉਹ ਸੁਸ਼ੀਲ ਹਰੀ ਹਰ ਰੋਜ਼ ਸਾਡੇ ਨਾਲ ਕਰਦੇ ਨੇ ਸਾਂਝਾ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ। ਐਨ ਜੀ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ। ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਅੱਜ ਭਾਰਤ ਦੇ ਵਿੱਚ ਇਸ ਵਕਤ ਸਵੇਰ ਦੇ 5:42 ਹੋਏ ਆ ਤੇ ਤੁਹਾਡੇ ਸ਼ਾਮ ਹੈ ਤੇ ਸਾਡੇ ਦੀਵਾਲੀ ਦਾ ਦਿਨ ਚੜ੍ਹ ਗਿਆ। ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਤੁਹਾਡੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਪੂਰਵ ਸੰਧਿਆ ਹੈ। ਤੇ ਅਸੀਂ ਇੱਥੋਂ ਚੰਡੀਗੜ੍ਹ ਸਟੂਡੀਓ ਤੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਸਾਰੇ ਜਗਤ ਨੂੰ ਭੇਟ ਕਰਦੇ ਆ, ਤੁਹਾਨੂੰ ਸਾਰਿਆਂ ਨੂੰ ਭੇਟ ਕਰਦੇ ਆ ਜੀ। ਜੀ ਹਰਜੀਤ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਹ ਸ਼ਬਦ ਮੈਂ ਬੋਲਣੇ ਸੀਗੇ ਕਿ ਕੋਈ ਦੀਵਾਲੀ ਪਹਿਲਾਂ ਅੱਜ ਤੁਹਾਡੇ ਹੋ ਗਈ ਸ਼ੁਰੂ, ਅਸੀਂ ਤੇ ਜੇ ਕੱਲ ਦੀਵਾਲੀ 'ਚ ਪੈਰ ਰੱਖਣਾ। ਤੇ ਚਲੋ ਇੱਕੋ ਗੱਲ ਹੋ ਗਈ, ਤੁਸੀਂ ਸਭ ਨੂੰ ਵਧਾਈਆਂ ਦੇ ਦਿੱਤੀਆਂ, ਆਪਣੇ ਦਰਸ਼ਕਾਂ ਨੂੰ ਵੀ। ਤੇ ਨਾਲ ਦੀ ਨਾਲ ਅਸੀਂ ਹੁਣੇ ਬੰਦੀ ਛੋੜ ਤੇ ਦੀਵਾਲੀ ਦੇ ਦਿਨ ਦੇ ਉੱਤੇ ਡਾਕਟਰ ਗੁਰਨਾਮ ਕੌਰ ਨਾਲ ਗੱਲਬਾਤ ਕਰਕੇ ਹਟੇ ਹਾਂ ਔਰ ਕਾਫੀ ਸਾਰੀਆਂ ਨਵੀਆਂ ਗੱਲਾਂ ਡਾਕਟਰ ਸਾਹਿਬ ਹਰ ਵਾਰੀ ਸਾਨੂੰ ਦੱਸ ਕੇ ਜਾਂਦੇ ਨੇ ਕਿ ਦੀਵਾਲੀ ਕਿਸ ਤਰ੍ਹਾਂ ਦਾ ਸਾਡੇ ਵਿਰਾਸਤ 'ਚ ਹੈ, ਕਿਸ ਤਰ੍ਹਾਂ ਸਾਡਾ ਇਹ ਹਿੱਸਾ ਹੈ, ਕਿਵੇਂ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਸੋ ਇਹ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ, ਰੌਸ਼ਨੀਆਂ ਦਾ ਤਿਉਹਾਰ ਹੈ, ਗਿਆਨ ਦਾ ਤਿਉਹਾਰ ਹੈ। ਅਤੇ ਸਾਨੂੰ ਸਭ ਨੂੰ ਮਿਲ ਜੁਲ ਕੇ ਬਿਲਕੁਲ ਉਸੇ ਹੀ ਸਪਿਰਿਟ ਨਾਲ ਜਿੱਦਾਂ ਅਸੀਂ 25 30 40 ਸਾਲ 50 ਸਾਲ ਪਹਿਲਾਂ ਉਸ ਤਿਉਹਾਰਾਂ ਨੂੰ ਮਨਾਉਂਦੇ ਹੁੰਦੇ ਸਾਂ, ਉਹਦੇ ਵਿੱਚ ਅਸੀਂ ਖੁੱਭ ਜਾਂਦੇ ਸਾਂ। ਜਿਸ ਤਰੀਕੇ ਨਾਲ ਅਸੀਂ ਸਾਰੇ ਰਲ ਮਿਲ ਕੇ ਬਿਨਾਂ ਕਿਸੇ ਭਿੰਨ ਭੇਦ ਤੋਂ ਬੜੇ ਵਖਰੇਵੇਂ ਆ ਗਏ ਜੀ ਸਾਡੀ ਸੁਸਾਇਟੀ 'ਚ। ਕੁਝ ਕੁ ਸਮੇਂ ਬਦਲੇ, ਕੁਝ ਇੱਕ ਹਾਲਾਤ ਇੱਦਾਂ ਦੇ ਬਦਲੇ, ਕੁਝ ਇੱਕ ਸਰਕਾਰਾਂ ਦੇ ਕੰਮ ਇਹ ਹੋ ਗਏ ਅਤੇ ਕੁਝ ਕੱਟੜਪੰਥੀ ਸੋਚ ਵਾਲੇ ਲੋਕਾਂ ਦਾ ਯੁੱਗ ਉਲਟ ਪਾਸੇ ਨੂੰ ਤੁਰ ਪਿਆ। ਵਿਗਿਆਨ ਵੱਲ ਜਾਂਦੇ ਜਾਂਦੇ ਅਸੀਂ ਕੱਟੜਪਣ ਵੱਲ ਵੱਧ ਰਹੇ ਹਾਂ ਅਤੇ ਧਰਮਾਂ ਨੂੰ ਵੀ ਵੰਡ ਲਿਆ। ਪਹਿਲੋਂ ਧਰਤੀ ਵੰਡੀ ਸੀ, ਫਿਰ ਬੋਲੀ ਵੰਡੀ, ਫਿਰ ਧਰਮ ਵੰਡੇ ਅਤੇ ਹੁਣ ਇਨਸਾਨੀਅਤ ਵੀ ਵੰਡੀ ਜਾ ਰਹੀ ਆ। ਕਿਤੇ ਰਿਹਾ ਨਹੀਂ ਆ ਕਿਤੇ ਵੀ ਹੁਣ ਮੇਚ ਕੇ ਕਿੱਥੇ ਜਾ ਕੇ ਆਪਾਂ ਰੁਕਾਂਗੇ। ਸੋ ਇਹੋ ਜਿਹੇ ਦਿਨ ਦੇ ਉੱਤੇ ਸਾਨੂੰ ਫਿਰ ਬਾਰ-ਬਾਰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜਿਹੜੇ ਤਿਉਹਾਰ ਨੇ ਇਕੱਲੇ ਧਰਮ ਨਾਲ ਨਹੀਂ ਜੁੜੇ, ਸਾਡੇ ਸੱਭਿਆਚਾਰ ਨਾਲ, ਸਾਡੀ ਵਿਰਾਸਤ ਨਾਲ, ਸਾਡੀ ਧਰਤੀ ਨਾਲ, ਸਾਡੇ ਧਰਤੀ ਦੇ ਉਸ ਖਿੱਤੇ ਨਾਲ ਜੁੜੇ ਆ ਜਿੱਥੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਦਿੱਤਾ ਗਿਆ ਸਾਡੇ ਰਹਿਬਰਾਂ ਵੱਲੋਂ। ਅਤੇ ਸਰਬ ਸਾਂਝੀਵਾਲਤਾ ਨੂੰ ਉਸੇ ਤਰ੍ਹਾਂ ਹੀ ਮਨਾਉਂਦੇ ਰਹੀਏ। ਨਾ ਇਹਦਾ ਕੋਈ ਰੱਖ ਲਈਏ, ਬੰਦੀ ਛੋੜ ਕਹਿ ਲਈਏ, ਦੀਵਾਲੀ ਕਹਿ ਲਈਏ, ਕੁਛ ਕਹਿ ਲਈਏ, ਪਰ ਸਾਡੇ ਅੰਦਰ ਉਹ ਜਜ਼ਬਾ ਨਹੀਂ ਮਰਨਾ ਚਾਹੀਦਾ ਜਿਹੜਾ ਹਮੇਸ਼ਾ ਤੋਂ ਸਦੀਆਂ ਤੋਂ ਸਾਡੇ ਵਿਚਕਾਰ ਚੱਲਦਾ ਰਿਹਾ ਉਸ ਧਰਤੀ ਦੇ ਉੱਤੇ ਜੀ। ਬਿਲਕੁਲ ਹਰਜੀਤ ਗਿੱਲ ਜੀ, ਤੇ ਇਹੀ ਜਿਹੜੀ ਸਾਡੀ ਅਮੀਰੀ ਹੈ, ਜਿਹੜਾ ਸਾਡਾ ਤਿਉਹਾਰਾਂ ਦਾ ਮਤਲਬ ਤਿਉਹਾਰ ਦਾ ਕੋਈ ਧਰਮ ਨਹੀਂ ਹੁੰਦਾ ਅਸਲ ਦੇ ਵਿੱਚ। ਤੁਸੀਂ ਨਵੇਂ ਯੁੱਗ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਸੋਸ਼ਲ ਮੀਡੀਆ ਦਾ ਦੌਰ ਹੈ, ਅਸੀਂ ਉਹ ਤਿਉਹਾਰ ਵੀ ਮਨਾਉਣ ਲੱਗ ਪਏ ਹਾਂ ਜਿਨ੍ਹਾਂ ਦਾ ਸਾਡੇ ਕਲਚਰ ਦੇ ਵਿੱਚ ਵੀ ਕਿਸੇ ਕਿਸਮ ਦਾ ਕੋਈ ਕਦੇ ਜ਼ਿਕਰ ਨਹੀਂ, ਕੋਈ ਲੈਣ ਦੇਣ ਨਹੀਂ। ਤੇ ਵੱਖਰੀ ਗੱਲ ਹੈ ਕਿ ਕੁਝ ਲੋਕ ਕ੍ਰਿਟੀਸਾਈਜ਼ ਕਰਦੇ ਆ ਕਿ ਇਹ ਤਾਂ ਸਾਡਾ ਤਿਉਹਾਰ ਨਹੀਂ, ਪਰ ਅੱਜ ਕੱਲ ਜਿਸ ਤਰੀਕੇ ਨਾਲ ਸਾਰਾ ਕੁਝ ਗਲੋਬਲ ਹੁੰਦਾ ਜਾ ਰਿਹਾ ਉਹਦੇ 'ਚ ਇਸ ਤਰ੍ਹਾਂ ਦੇ ਤਿਉਹਾਰਾਂ ਦਾ ਵੀ ਮਨਾਉਣਾ, ਭਾਵੇਂ ਉਹਦੇ 'ਚ ਮੰਡੀ ਦਾ ਵੱਡਾ ਹੱਥ ਹੈ। ਜਿਹੜੇ ਤਿਉਹਾਰ ਜਿਹੜੇ ਆ ਅਸੀਂ ਕਦੇ ਸੁਣੇ ਵੀ ਨਹੀਂ ਹੁੰਦੇ, ਉਹ ਭਾਰਤ ਵਿੱਚ ਵੀ ਮਨਾਏ ਜਾਂਦੇ ਆ। ਉਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਨਹੀਂ, ਤਿਉਹਾਰ ਦਾ ਕੋਈ ਧਰਮ ਨਹੀਂ ਹੁੰਦਾ। ਤੇ ਗਲੋਬਲ ਹੁੰਦੇ ਸੰਸਾਰ ਦੇ ਵਿੱਚ ਤਿਉਹਾਰ ਦਾ ਹੁਣ ਕੋਈ ਖਿੱਤਾ ਵੀ ਨਹੀਂ ਰਿਹਾ। ਮੈਨੂੰ ਲੱਗਦਾ ਸ਼ਾਇਦ ਦੀਵਾਲੀ ਜਾਂ ਕੋਈ ਵੀ ਹੋਰ ਤਿਉਹਾਰ ਜਿਹੜਾ ਸਾਡਾ ਕੌਮੀ ਤਿਉਹਾਰ ਹੈ, ਉਹ ਜਿਸ ਸ਼ਿੱਦਤ ਦੇ ਨਾਲ ਭਾਰਤੀ ਭਾਈਚਾਰਾ ਵਿਦੇਸ਼ਾਂ ਦੀ ਧਰਤੀ ਤੇ ਮਨਾਉਂਦਾ ਹੈ ਤੇ ਭਾਰਤ ਵਿੱਚ ਸ਼ਾਇਦ ਉਹ ਸ਼ਿੱਦਤ ਵੀ ਜਿਹੜੀ ਹੈ ਕਿਤੇ ਨਾ ਕਿਤੇ ਮੰਨਫੀ ਹੁੰਦੀ ਦਿਖਾਈ ਦੇ ਰਹੀ ਹੈ। ਸੋ ਇਸ ਕਰਕੇ ਤਿਉਹਾਰ ਦਾ, ਖਾਸ ਤੌਰ ਤੇ ਇਸ ਤਰ੍ਹਾਂ ਦੇ ਤਿਉਹਾਰਾਂ ਦਾ ਕੋਈ ਧਰਮ ਨਹੀਂ, ਕੋਈ ਜ਼ਾਤ ਨਹੀਂ, ਕੋਈ ਫਿਰਕਾ ਨਹੀਂ, ਕੋਈ ਖਿੱਤਾ ਨਹੀਂ। ਸਾਡੇ ਕੌਮੀ ਤਿਉਹਾਰ ਨੇ। ਤੇ ਦੀਵਾਲੀ ਤਾਂ ਫਿਰ ਦੂਜੇ ਪ੍ਰਸੰਗ ਦੇ ਵਿੱਚ ਇੱਕ ਇਤਿਹਾਸਕ ਦਿਨ ਵੀ ਸਾਡੇ ਲਈ ਬਣ ਜਾਂਦਾ ਹੈ ਜਦੋਂ ਅਸੀਂ ਬੰਦੀ ਛੋੜ ਦਿਵਸ ਜਿਹੜਾ ਸਾਡਾ ਨਾਲ ਜੁੜਦਾ ਹੈ। ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਜਿਹੜੀ ਰਵਾਇਤਾਂ ਤੋਂ ਉਲਟ ਜਾ ਕੇ ਜਾਂ ਸਮੇਂ ਦੇ ਮੁਤਾਬਕ, ਲੋੜ ਦੇ ਮੁਤਾਬਕ ਪਿਛਲੀ ਰਵਾਇਤ ਤੋਂ ਵੱਖਰਾ ਜਦੋਂ ਗੁਰਿਆਈ ਧਾਰਨ ਕਰਦਿਆਂ ਹੋਇਆ ਉਹ ਮੀਰੀ ਤੇ ਪੀਰੀ ਦਾ ਸੰਕਲਪ ਨਾਲ ਲੈ ਕੇ ਆਉਂਦੇ ਨੇ,
ਤਾਂ ਉਸ ਤੋਂ ਬਾਅਦ ਦਾ ਇਤਿਹਾਸ ਜਿਸ ਕਿਸਮ ਦੇ ਨਾਲ ਬਦਲ ਜਾਂਦਾ ਹੈ, ਕਿਵੇਂ ਜਹਾਂਗੀਰ ਬਾਦਸ਼ਾਹ ਉਹਨਾਂ ਨੂੰ ਜਾਂ ਜਹਾਂਗੀਰ ਬਾਦਸ਼ਾਹ ਦੇ ਕੰਨ ਜਿਵੇਂ ਭਰੇ ਜਾਂਦੇ ਨੇ ਤੇ ਦੱਸਿਆ ਜਾਂਦਾ ਉਹਨਾਂ ਨੂੰ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਆ ਉਹ ਤਾਂ ਬਗਾਵਤ ਤੇ ਉਤਰ ਆਏ ਨੇ, ਤੇ ਗਵਾਲੀਅਰ ਦੇ ਕਿਲੇ 'ਚ ਉਹਨਾਂ ਨੂੰ ਜਦੋਂ ਕੈਦ ਕੀਤਾ ਜਾਂਦਾ ਹੈ ਤੇ ਉੱਥੋਂ ਦਾ ਆਵਾ ਮੰਡਲ ਹੀ ਬਦਲ ਜਾਂਦਾ ਹੈ। ਉੱਥੇ ਕੀਰਤਨ ਹੋਣ ਲੱਗ ਪੈਂਦਾ ਹੈ, ਕਿਲੇ ਦੇ ਵਿੱਚ ਸਤਸੰਗ ਹੋਣ ਲੱਗ ਪੈਂਦਾ ਹੈ। ਇੱਧਰੋਂ ਪੰਜਾਬ ਤੋਂ ਜਥੇ ਜਾਂਦੇ ਆ ਉਹਨਾਂ ਦੀ ਰਿਹਾਈ ਵਾਸਤੇ। ਸਾਈਂ ਮੀਆਂ ਮੀਰ ਜਿਹੜੇ ਆ ਉਹ ਗੱਲ ਕਰਦੇ ਆ ਔਰੰਗਜ਼ੇਬ ਨਾਲ, ਰਿਹਾਈ ਦਾ ਹੁਕਮ ਹੋ ਜਾਂਦਾ ਹੈ। ਪਰ ਗੁਰੂ ਸਾਹਿਬ ਇਕੱਲੇ ਰਿਹਾ ਨਹੀਂ ਹੁੰਦੇ, ਕਹਿੰਦੇ ਮੈਂ ਉਦੋਂ ਜਾਣਾ ਜਦੋਂ ਇਹ 52 ਰਾਜਪੂਤ ਵੀ ਜਿਹੜੇ ਤੁਸੀਂ ਨਜ਼ਰਬੰਦ ਕੀਤੇ ਆ, ਰਾਜੇ ਰਾਜਪੂਤ, ਇਹਨਾਂ ਨੂੰ ਵੀ ਰਿਹਾ ਕਰੋਗੇ। ਸੋ ਇਹ ਇਤਿਹਾਸਕ ਪ੍ਰਸੰਗ ਹੈ, ਉਹ ਰਿਹਾ ਹੁੰਦੇ ਨੇ ਤੇ ਜਿਸ ਦਿਨ ਰਿਹਾ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਤਾਂ ਦੀਵਾਲੀ ਦਾ ਦਿਨ ਹੁੰਦਾ ਹੈ, ਦੀਪਮਾਲਾ ਹੁੰਦੀ ਹੈ ਦਰਬਾਰ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ। ਤੇ ਇਸ ਤਰ੍ਹਾਂ ਫਿਰ ਬੰਦੀ ਛੋੜ ਦਿਵਸ ਜਿਹੜਾ ਆ ਉਹ ਨਾਲ ਦੀਵਾਲੀ ਦੇ ਜੁੜ ਜਾਂਦਾ ਹੈ। ਸੋ ਇਹ ਦੋਨੋਂ ਚੀਜ਼ਾਂ ਜਦੋਂ ਜੁੜ ਕੇ ਅਸੀਂ ਇਹਨਾਂ ਨੂੰ ਮਨਾਉਂਦੇ ਆ, ਆਪਣੇ ਢੰਗ ਨਾਲ ਮਨਾਉਂਦੇ ਆ। ਚੀਜ਼ਾਂ ਬਦਲ ਗਈਆਂ, ਜਿੱਦਾਂ ਤੁਸੀਂ ਵੀ ਕਿਹਾ, ਬਹੁਤ ਕੁਝ ਬਦਲ ਗਿਆ। ਮੰਡੀ ਨੇ ਬਹੁਤ ਕੁਝ ਜਿਹੜਾ ਸਾਡਾ ਜਿਹੜਾ ਬਾਜ਼ਾਰ ਨੇ, ਮਾਰਕੀਟ ਨੇ, ਬੜਾ ਕੁਝ ਸਾਡਾ ਬਦਲ ਕੇ ਰੱਖ ਦਿੱਤਾ ਹੈ। ਸੋ ਇਸ ਬਦਲਦੇ ਹੋਏ ਸਮੇਂ ਦੇ ਵਿੱਚ ਜਦੋਂ ਆਲਮੀ ਤਪਸ਼ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਵੱਧ ਰਹੀ ਹੈ ਤੇ ਵਾਤਾਵਰਣ ਜਿਹੜਾ ਆ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੋ ਰਿਹਾ ਹੈ, ਉਹਦੇ ਕਈ ਕਾਰਨ ਨੇ। ਪਰ ਦੀਵਾਲੀ ਵਾਲੇ ਦਿਨ ਘੱਟੋ ਘੱਟ ਅਸੀਂ ਆਪਣੀ ਸੁਰੱਖਿਆ ਵਾਸਤੇ, ਆਪਣੀ ਸਿਹਤਯਾਬੀ ਵਾਸਤੇ, ਚੰਗੇ ਭਵਿੱਖ ਵਾਸਤੇ ਖਤਰਨਾਕ ਕਿਸਮ ਦੇ ਪਟਾਕਿਆਂ ਤੋਂ ਬਚਣ ਦੀ ਗੱਲ ਜ਼ਰੂਰ ਕਰਦੇ ਹਾਂ। ਮੈਨੂੰ ਆਪਣੀ ਗਜ਼ਲ ਦਾ ਇੱਕ ਸ਼ੇਰ ਯਾਦ ਆ ਜਾਂਦਾ ਹੈ ਵੀ ਅਗਰ ਬਾਲਾਂ ਦੇ ਬੁੱਲਾਂ ਤੇ ਮੋਹਣੀ ਮੁਸਕਾਨ ਤੱਕਣੀ ਏ, ਅਗਰ ਬਾਲਾਂ ਦੇ ਬੁੱਲਾਂ ਤੇ ਮੋਹਣੀ ਮੁਸਕਾਨ ਤੱਕਣੀ ਏ, ਪਟਾਕੇ ਦੂਰ ਹੀ ਰੱਖੀ ਇਹਨਾਂ ਨੂੰ ਫੁੱਲ ਝੜੀ ਦੇ ਦੇ। ਸੋ ਪਟਾਕਿਆਂ ਤੋਂ ਦੂਰ ਰਹਿਣ ਦੀ ਗੁਜ਼ਾਰਿਸ਼ ਹੈ ਤੇ ਬੱਚਿਆਂ ਨੂੰ ਖੁਸ਼ ਰੱਖਣ ਲਈ ਇਕੱਲੀ ਫੁੱਲ ਝੜੀ ਹੀ ਕਾਫੀ ਹੈ। ਹਥਿਆਰਾਂ ਦਾ ਇੱਕ ਦੌਰ ਚੱਲ ਰਿਹਾ ਹੈ ਦੁਨੀਆ ਭਰ ਦੇ ਵਿੱਚ, ਗਨ ਕਲਚਰ ਬਹੁਤ ਬੁਰੀ ਤਰ੍ਹਾਂ ਹਾਵੀ ਹੈ ਤੇ ਜਿਸ ਤਰ੍ਹਾਂ ਦੇ ਖਤਰਨਾਕ ਕਿਸਮ ਦੇ ਪਟਾਕੇ ਅਸੀਂ ਬਣਾ ਲਏ, ਉਤਸ਼ਾਹਿਤ ਕਰਦੇ ਉਸ ਪਾਸੇ ਵੱਲ ਨੂੰ ਸਾਡੀ ਜਵਾਨੀ। ਸੋ ਲੰਬੀਆਂ ਗੱਲਾਂ ਨੇ, ਪਰ ਓਵਰਆਲ ਅਸੀਂ ਕਹਿੰਦੇ ਹਾਂ ਕਿ ਤਿਉਹਾਰਾਂ ਦੇ ਸੰਕਲਪ ਬਦਲ ਰਹੇ ਨੇ ਪਰ ਤਿਉਹਾਰਾਂ ਦੀ ਆਤਮਾ ਨਾ ਬਦਲੇ। ਜਿਹੜੀ ਸਾਂਝੀਵਾਲਤਾ ਦਾ ਤੁਸੀਂ ਜ਼ਿਕਰ ਕੀਤਾ, ਭਾਈਵਾਲਤਾ ਦਾ ਜ਼ਿਕਰ ਕੀਤਾ, ਸਾਰੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦੇ ਨੇ, ਦੁਨੀਆ ਭਰ ਦੇ ਵਿੱਚ ਮਨਾਏ ਜਾ ਰਹੇ ਨੇ। ਤੁਹਾਨੂੰ ਇੱਕ ਵਾਰੀ ਸਾਰਿਆਂ ਨੂੰ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ ਜੀ। ਦੀਵਾਲੀ ਦਾ ਤਿਉਹਾਰ ਤੇ ਵਿਸਾਖੀ ਦਾ ਤਿਉਹਾਰ ਸਾਡੇ ਖਿੱਤੇ ਦੇ ਵੱਡੇ ਤਿਉਹਾਰ ਨੇ ਤੇ ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਅਣਗੌਲਿਆ ਨਹੀਂ ਕਰ ਸਕਦੇ। ਖਾਸ ਕਰਕੇ ਦੀਵਾਲੀ ਦੇ ਉੱਤੇ ਜੀ ਬੋਨਸ ਮਿਲਦੇ ਹੁੰਦੇ ਸੀ ਪੁਰਾਣੇ ਸਮੇਂ 'ਚ, ਕੁਝ ਕੰਪਨੀਆਂ ਬੋਨਸ ਦਿਆ ਕਰਦੀ, ਸਰਕਾਰਾਂ ਵੀ ਦਿੰਦੀਆਂ ਹੁੰਦੀਆਂ ਸੀ ਭਲਿਆ ਸਮਿਆਂ ਦੇ ਵਿੱਚ ਆਪਣੇ ਮੁਲਾਜ਼ਮਾਂ ਨੂੰ ਬੋਨਸ, ਤੇ ਕੋਈ ਨਾ ਕੋਈ ਤੋਹਫੇ ਦੇ ਵਜੋਂ, ਦੀਵਾਲੀ ਦੇ ਤੋਹਫੇ ਦੇ ਵਜੋਂ ਕੁਛ ਨਾ ਕੁਛ ਇਸ ਤਰ੍ਹਾਂ ਦੀ ਕੋਈ ਇੰਕਰੀਮੈਂਟ ਜਾਂ ਕੁਝ ਆਰਥਿਕ ਤੌਰ 'ਤੇ ਹੈਲਪ ਹੁੰਦੀ ਸੀ। ਤੇ ਹੁਣ ਵੀ ਪਤਾ ਲੱਗਿਆ ਕਿ ਚੰਨੀ ਸਾਹਿਬ ਨੇ ਮਜ਼ਦੂਰਾਂ ਦੇ ਖਾਤਿਆਂ 'ਚ 3100 ਰੁਪਈਆ ਜਿਹੜਾ ਉਹ ਪਾਇਆ। ਚਲੋ ਇੱਕ ਚੰਗੀ ਗੱਲ ਹੈ, ਪਰ ਦੂਜੇ ਪਾਸੇ ਅੱਜ ਦੇ ਯੁੱਗ ਵਿੱਚ ਜਿੱਦਾਂ ਅਸੀਂ ਰੋਜ਼ ਗੱਲ ਕਰਦੇ ਹਾਂ ਕਿ ਇਸ ਤਰੀਕੇ ਨਾਲ ਆਪਣਾ ਉਹ ਤੇ ਬਣਾਉਂਦੇ ਜ਼ਰੂਰ ਨੇ ਲੀਡਰ ਲੋਕ, ਪਰ ਕਿਤੇ ਨਾ ਕਿਤੇ ਲੋਕਾਂ ਦੇ ਜੇ ਦਰਦ ਨੂੰ ਸਮਝਦੇ ਹੋਣ ਤੇ ਸਿਸਟਮ ਨੂੰ ਇਦਾਂ ਦਾ ਕਰ ਦੇਣ ਕਿ ਇਦਾਂ ਦੀਆਂ ਖਰੈਤਾਂ ਸਾਨੂੰ ਨਾ ਲੈਣੀਆਂ ਪੈਣ, ਲੋਕ ਹੱਥ ਟੱਡ ਕੇ ਨਾ ਵੇਖਣ ਉਹਨਾਂ ਵੱਲ, ਸਗੋਂ ਉਹ ਖੁਦ ਇੰਨੇ ਕੁ ਖੁਸ਼ਹਾਲ ਹੋਣ। ਸਿਸਟਮ ਇਹੋ ਜਿਹਾ ਬਣਾਤਾ ਜਾਵੇ ਕਿ ਲੋਕ ਆਪਣੀਆਂ ਦੀਵਾਲੀਆਂ ਵਿਸਾਖੀਆਂ ਮਨਾਉਣ ਜੋਗੇ ਆਪ ਹੀ ਹੋ ਜਾਣ। ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ, ਪਰ ਕਿਉਂਕਿ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਬਚਿਆ, ਚੋਣ ਜ਼ਾਬਤਾ ਸ਼ਾਇਦ ਜਨਵਰੀ ਦੇ ਪਹਿਲੇ ਦੂਜੇ ਹਫ਼ਤੇ ਲੱਗ ਸਕਦਾ ਹੈ। ਭਾਵੇਂ ਇਦਾਂ ਦੀ ਚਰਚਾ ਵੀ ਚੱਲ ਰਹੀ ਹੈ ਕਿ ਇਲੈਕਸ਼ਨ ਜਿਹੜੀ ਹੈ ਉਹ ਥੋੜੇ ਸਮੇਂ ਵਾਸਤੇ ਅੱਗੇ ਵੀ ਪਾਈ ਜਾ ਸਕਦੀ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਇਹ ਮੁਨਸਰ ਕਰਦਾ ਹੈ ਕਿ ਉਹ ਸਮਾਂ ਰਹਿੰਦਿਆਂ ਦੇ ਮੁੱਦੇ ਨੂੰ ਹੱਲ ਕਰਦੇ ਆ ਜਾਂ ਫਿਰ ਇਲੈਕਸ਼ਨ ਜਿਹੜੀ ਆ ਪੰਜਾਬ ਦੀ ਉਹਨੂੰ ਹੋਰ ਅੱਗੇ ਲਿਜਾਣ ਦੀ ਕੋਈ ਕੋਸ਼ਿਸ਼ ਕਰਦੇ ਆ। ਕੋਈ ਸਾਜ਼ਿਸ਼ ਏਦਾਂ ਦੀ ਵੀ ਥੱਲੇ ਕੋਈ ਪਲਦੀ ਲੱਗਦੀ ਹੈ, ਉਹ ਵੱਖਰਾ ਮਸਲਾ। ਪਰ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹਨਾਂ ਮਜ਼ਦੂਰਾਂ ਵਾਸਤੇ 3100 ਰੁਪਏ ਦਾ ਸ਼ਗਨ ਦੀ ਗੱਲ ਕੀਤੀ ਹੈ, ਉਹ ਮਜ਼ਦੂਰ ਰਜਿਸਟਰਡ ਮਜ਼ਦੂਰ ਨੇ 3,17,000 ਦੇ ਨੇੜੇ ਤੇੜੇ, ਤੇ ਉਹ ਕੰਸਟਰਕਸ਼ਨ 'ਚ ਕੰਮ ਕਰਨ ਵਾਲੇ ਮਜ਼ਦੂਰ ਨੇ,
ਕੰਸਟਰਕਸ਼ਨ ਲੇਬਰ ਜਿਹੜੀ ਆ ਉਹ ਸਾਰੀ ਮਜ਼ਦੂਰ ਜਿਹੜੇ ਆ ਉਹਨਾਂ ਵਾਸਤੇ 3100 ਰੁਪਏ ਦੀ ਗੱਲ ਕੀਤੀ ਹੈ ਉਹਨਾਂ ਨੇ। ਹਾਲੇ ਉਹ ਦਿੱਤੇ ਨਹੀਂ ਗਏ। ਕਿਹਾ ਗਿਆ ਕਿ ਦੀਵਾਲੀ ਦਾ ਤੋਹਫਾ ਚਰਨਜੀਤ ਸਿੰਘ ਚੰਨੀ ਦੇ ਰਹੇ ਆ ਤੇ ਉਹ ਅਕਾਊਂਟਸ ਵਗੈਰਾ ਜਿਹੜੇ ਆ ਰਜਿਸਟਰਡ ਜਿਹੜੀ ਕੰਸਟਰਕਸ਼ਨ ਲੇਬਰ ਹੈਗੀ ਆ ਉਹਨਾਂ ਦੇ ਮੰਗੇ ਗਏ ਨੇ। ਜਿੱਥੇ ਜਿੱਥੇ ਵੀ ਉਹ ਕੰਮ ਕਰਦੇ ਨੇ ਚਾਹੇ ਉਹ ਸ਼ਹਿਰ 'ਚ ਹੋਣ ਤੇ ਕੌਂਸਲਾਂ ਰਾਹੀਂ ਜਾਂ ਪੰਚਾਇਤਾਂ ਰਾਹੀਂ ਉਹਨਾਂ ਦੇ ਖਾਤੇ ਜਿਹੜੇ ਆ ਉਹ ਰਜਿਸਟਰਡ ਕਰਾਉਣ ਦੀ ਗੱਲ ਕਹੀ ਗਈ ਹੈ ਤੇ ਫਿਰ ਸਿੱਧੇ ਪੈਸੇ ਉੱਧਰ ਟ੍ਰਾਂਸਫਰ ਕੀਤੇ ਜਾਣਗੇ। ਤੇ ਪਰ ਇਹਦੇ ਨਾਲ ਇਹ ਜ਼ਰੂਰ ਹੁੰਦਾ ਕਿ ਜਿਹੜਾ ਸਧਾਰਨ ਵਿਅਕਤੀ ਹੈ ਖੁਸ਼ ਹੋ ਜਾਂਦਾ ਵੀ ਹਾਂ ਮੈਨੂੰ ਕੁਝ ਮਿਲਿਆ। ਮੈਨੂੰ ਯਾਦ ਆਇਆ ਬਹੁਤ ਲੰਮਾ ਸਮਾਂ ਦੀ ਗੱਲ ਆ, ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ। ਦੀਵਾਲੀ ਦਾ ਹੀ ਦਿਨ ਸੀ ਤੇ ਅਸੀਂ ਕੁਝ ਮੁੰਡੇ ਜਿਹੜੇ ਆ ਉਹ ਆਪਣੇ ਬੱਸ ਅੱਡੇ ਵੱਲ ਜਾ ਰਹੇ ਸੀ। ਸਾਡਾ ਸਕੂਲ ਜਿਹੜਾ ਆ ਪਿੰਡ ਤੋਂ ਬੱਸ ਅੱਡਾ ਕ੍ਰਾਸ ਕਰਕੇ ਸਾਂਝ ਕਲਾਂ ਦਾ ਫੇਰ ਆਉਂਦਾ ਸੀ। ਸਕੂਲ ਜਾਂਦੇ ਹੁੰਦੇ ਸੀ ਦੀਵਾਲੀ ਵਾਲੇ ਦਿਨ ਵੀ ਤੇ ਖੇਡਣ ਖੂਡਣ ਤੇ ਜਾ ਰਹੇ ਸੀ ਤੇ ਰਸਤੇ 'ਚ ਇੱਕ ਕੋਈ 65 ਸਾਲ ਦਾ ਬਜ਼ੁਰਗ ਮਿਲਿਆ। ਵਾਪਸ ਆ ਰਿਹਾ ਸੀ ਕਿਤੇ ਟੈਂਪੂ ਤੋਂ ਉਤਰ ਕੇ ਆਇਆ ਹੋਣਾ, ਹੱਥ 'ਚ ਉਹਦੇ ਕੰਬਲ ਫੜਿਆ ਸੀ। ਅਸੀਂ ਪੁੱਛਿਆ ਵੀ ਇਹ ਕੀ ਆ ਤੇ ਉਹਨੇ ਬੜਾ ਖੁਸ਼ ਹੋ ਕੇ ਦੱਸਿਆ, ਬਹੁਤ ਹੀ ਖੁਸ਼ੀ ਦਾ ਉਹਦੇ ਚਿਹਰਾ ਬੜਾ ਦਗਦਗ ਕਰਦਾ ਸੀ। ਕਹਿੰਦਾ ਮੈਂ ਬਸ ਕਾਰਖਾਨੇ ਤੋਂ ਆਇਆ ਤੇ ਕਾਰਖਾਨੇ ਦੇ ਮਾਲਕ ਨੇ ਦੀਵਾਲੀ ਦਾ ਗਿਫਟ ਦਿੱਤਾ, ਕੰਬਲ ਨਾਲ ਇੱਕ ਡੱਬਾ ਦਿੱਤਾ। ਤੇ ਮੈਂ ਉਦੋਂ ਹੀ ਮਨ 'ਚ ਸੋਚਿਆ ਵੀ ਇਹ ਬੰਦਾ ਸਾਰਾ ਸਾਲ ਇਹਨੇ ਮਜ਼ਦੂਰੀ ਕੀਤੀ ਉੱਥੇ ਤੇ ਇਹਦੀ ਰੱਜ ਕੇ ਇਹਦੇ ਮਾਲਕ ਨੇ ਛਿੱਲ ਲਾਈ ਆ। ਜਿੰਨੀ ਇਹਦੀ ਮਜ਼ਦੂਰੀ ਹੈ ਉਹਨਾਂ ਇਹਨੂੰ ਕਦੀ ਪੈਸਾ ਨਹੀਂ ਮਿਲਿਆ ਤੇ ਪਰ ਇਹ ਇੰਨੀ ਕੁ ਗੱਲ ਨੇ ਬਹੁਤ ਖੁਸ਼ ਹੈ ਕਿ ਇਹਨੂੰ ਦੀਵਾਲੀ ਵਾਲੇ ਦਿਨ ਉਹਦੇ ਮਾਲਕ ਨੇ ਕੰਬਲ ਦਿੱਤਾ, ਇੱਕ ਮਿਠਾਈ ਦਾ ਡੱਬਾ ਦਿੱਤਾ। ਇਹ ਨਿੱਕੀ ਨਿੱਕੀਆਂ ਖੁਸ਼ੀਆਂ ਹੁੰਦੀਆਂ ਕਿਉਂਕਿ ਉਹ ਅਸੀਂ ਉਸ ਚੇਤਨਾ ਦਾ ਉਹ ਲੈਵਲ ਜਿਹੜਾ ਕਿਆਸ ਕਰਦੇ ਆ ਵੀ ਪਤਾ ਨਹੀਂ ਜਿਹੜਾ ਕੋਈ ਸਧਾਰਨ ਮਜ਼ਦੂਰ ਸਾਡਾ ਸਧਾਰਨ ਵਿਅਕਤੀ ਹੈ ਆਮ ਨਾਗਰਿਕ ਉਹਦੀ ਵੀ ਚੇਤਨਾ ਇੰਨੀ ਵਿਕਸਿਤ ਹੋ ਜਾਏਗੀ ਕਿ ਉਹ ਇਸ ਗੱਲ ਨੂੰ ਸਮਝੇਗਾ ਵੀ ਜਿਹੜਾ ਅੱਜ ਤੁਹਾਨੂੰ ਅੱਜ ਸ਼ਗਨ ਦਿੱਤਾ ਗਿਆ ਇਹ ਅਸਲ ਦੇ ਵਿੱਚ ਤੁਹਾਡੀ ਲੁੱਟ ਤੋਂ ਹੀ ਪੈਦਾ ਹੋਇਆ ਪੈਸਾ ਆ, ਜਿਹਦਾ ਬਹੁਤ ਨਿੱਕਾ ਜਿਹਾ ਹਿੱਸਾ ਜਿਹੜਾ ਆ ਤੁਹਾਨੂੰ ਦੇ ਕੇ ਤੁਹਾਨੂੰ ਖੁਸ਼ ਕਰ ਦਿੱਤਾ ਗਿਆ। ਸੋ ਇਹ ਗੱਲਾਂ ਹੈਗੀਆਂ ਤੇ ਚਲੋ ਫਿਰ ਵੀ ਸਧਾਰਨ ਵਿਅਕਤੀ ਤਾਂ ਖੁਸ਼ ਹੁੰਦਾ, ਉਹਦੇ ਲਈ ਖੁਸ਼ੀ ਦਾ ਵਾਇਸ ਹੈ। ਉਹਦੇ ਲਈ 3100 ਰੁਪਏ ਘੱਟ ਨਹੀਂ ਹੈ। ਜਿਹਦੀ ਦਿਹਾੜੀ ਜਿਹੜੀ ਹੈ ਉਹ ਸਾਰੀ ਦਿਹਾੜੀ ਲਾ ਕੇ ਜਿਹੜੀ ਆ ਉਹ 500-700 ਰੁਪਏ ਕਮਾਉਂਦਾ ਹੈ ਤੇ ਉਹਦੇ ਘਰ ਦਾ ਖਰਚਾ ਨਹੀਂ ਪੂਰਾ ਹੁੰਦਾ, ਉਹਦੇ ਵਾਸਤੇ ਦੀਵਾਲੀ ਵਾਲੇ ਦਿਨ 3100 ਰੁਪਏ ਉਹਦੇ ਖਾਤੇ 'ਚ ਆ ਜਾਣ, ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਉਹਦੇ। ਦੂਜੇ ਪਾਸੇ ਅੱਜ ਭਾਰਤ ਦੀ ਕੇਂਦਰ ਦੀ ਸਰਕਾਰ ਨੇ ਉਹ ਕਹਿੰਦੇ ਊਠ ਤੋਂ ਛਾਨਣੀ ਲਾਈ ਆ। ਪਿਛਲੇ 7 ਸਾਲਾਂ ਤੋਂ ਪੈਟਰੋਲ ਦੀਆਂ ਕੀਮਤਾਂ ਜਿਸ ਤਰੀਕੇ ਨਾਲ ਵਧੀਆਂ ਨੇ, ਹਾਲਾਂਕਿ ਕੱਚੇ ਤੇਲ ਦਾ ਇੰਟਰਨੈਸ਼ਨਲ ਮਾਰਕੀਟ 'ਚ ਬਹੁਤ ਮੰਦਾ ਹਾਲ ਰਿਹਾ। ਕੋਵਿਡ ਦੇ ਦੌਰਾਨ ਇੱਥੇ ਤੱਕ ਹਾਲ ਹੋ ਗਿਆ ਕਿ ਜਿਹੜੇ ਸਟੋਰ ਸੀ ਉਹ ਰੋਕ ਦਿੱਤੇ ਲੋਕਾਂ ਨੇ, ਕੰਟਰੀਜ਼ ਨੇ ਕਿ ਸਾਨੂੰ ਨਹੀਂ ਚਾਹੀਦਾ, ਤੁਸੀਂ ਰਿਜ਼ਰਵ ਰੱਖ ਲਓ, ਅਸੀਂ ਨਹੀਂ ਵਰਤਣਾ। ਔਰ ਰੇਟ ਬਹੁਤ ਜ਼ਿਆਦਾ ਕਰੂਡ ਆਇਲ ਦੇ ਡਿੱਗੇ। ਪਰ ਭਾਰਤ ਸਰਕਾਰ ਲਗਾਤਾਰ ਪੈਸਾ ਇਕੱਠਾ ਕਰਨ ਦੇ ਚੱਕਰ ਦੇ ਵਿੱਚ ਆਪਣੇ ਟੈਕਸ ਵਧਾਉਂਦੀ ਰਹੀ। ਸਟੇਟਾਂ ਨੇ ਵੀ ਬਹੁਤ ਸਾਰੇ ਟੈਕਸ ਲਾਏ ਤੇ ਹੁਣ 5 ਰੁਪਏ 10 ਰੁਪਏ ਪਰ ਲੀਟਰ ਡੀਜ਼ਲ ਤੋਂ 10 ਤੇ ਪੈਟਰੋਲ ਤੋਂ 5 ਕਰਕੇ ਸਰਕਾਰ ਕਹਿ ਰਹੀ ਹੈ ਕਿ ਦੀਵਾਲੀ ਦਾ ਤੋਹਫਾ ਦੇ ਦਿੱਤਾ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਜਿਹੜੀ ਦੁਰਦਸ਼ਾ ਬੀਜੇਪੀ ਦੀ ਹੋਈ ਆ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਨੇ ਉਹਨੂੰ ਵੇਖਦਿਆਂ ਹੋਇਆਂ ਕਿਤੇ ਨਾ ਕਿਤੇ ਉਹਨਾਂ ਨੂੰ ਥੋੜ੍ਹੀ ਜਿਹੀ ਉਹ ਮਹਿਸੂਸ ਹੋਈ ਆ ਇਸ ਗੱਲ ਦੀ। ਗੱਲ ਮੈਂ ਸ਼ਰਮ ਸ਼ਬਦ ਵਰਤਣ ਲੱਗਾ ਸੀ, ਪਤਾ ਨਹੀਂ ਜਾਇਜ਼ ਕਿ ਨਹੀਂ, ਕਿ ਲੋਕਾਂ ਨੂੰ ਥੋੜ੍ਹੀ ਰਾਹਤ ਦੇਵਾਂਗੇ ਤਾਂ ਹੀ ਕਿਤੇ ਹੋਏਗਾ, ਨਹੀਂ ਤੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹਰ ਪਾਸੇ। ਦੇਖੋ ਗੱਲ ਇਹ ਆ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਮਤਲਬ ਛਾਨਣੀ ਲਾਉਣ ਵਾਲੀ ਗੱਲ ਹੈ ਜਾਂ ਊਠ ਦੇ ਮੂੰਹ ਤੇ ਜ਼ੀਰੇ ਵਾਲੀ ਗੱਲ ਹੈ। ਪਿਛਲੇ 40 ਦਿਨਾਂ ਤੋਂ ਪੈਟਰੋਲ ਦੀ ਕੀਮਤ ਜਿਹੜੀ ਆ ਉਹ 32 ਰੁਪਏ 31-32 ਰੁਪਏ ਪਰ ਲੀਟਰ ਵਧੀ ਹੈ, 28-29 ਰੁਪਏ ਡੀਜ਼ਲ ਦੀ ਵਧੀ ਹੈ। ਤੇ ਤੁਸੀਂ ਦੀਵਾਲੀ ਦਾ ਤੋਹਫੇ ਦੇ ਨਾਂ ਦੇ ਉੱਤੇ 5-10 ਰੁਪਏ ਦੀ ਜਿਹੜੀ ਰਾਹਤ ਦਿੱਤੀ ਹੈ, ਇਹਨੇ ਤਾਂ ਆਉਣ ਵਾਲੇ 2-4 ਮਹੀਨਿਆਂ ਤੱਕ ਯਾਦ ਵੀ ਨਹੀਂ ਰਹਿਣੀ ਲੋਕਾਂ ਨੂੰ, ਕਿਉਂਕਿ ਉਦੋਂ ਤੱਕ ਵਾਪਸੀ ਜਿਹੜੀ ਆ ਫੇਰ ਮਤਲਬ 150 ਰੁਪਏ ਦੇ ਨੇੜੇ ਤੇੜੇ ਜਿਹੜੀ ਪੈਟਰੋਲ ਦੀ ਕੀਮਤ ਹੋ ਜਾਣੀ ਹੈ। 5 ਰੁਪਏ 10 ਰੁਪਏ ਰਾਹਤ ਦੇ ਕੇ ਵੀ 100 ਰੁਪਏ ਤੋਂ ਥੱਲੇ ਨਹੀਂ ਗਿਆ ਪੈਟਰੋਲ ਤੇ ਡੀਜ਼ਲ, ਨਾ ਹੀ ਉਹ ਜਾਣਾ ਹੈ। ਕਿਉਂਕਿ 15 ਦਿਨ ਜਿਹੜੇ ਆ ਕੰਟਰੋਲ ਤਾਂ ਕੋਈ ਹੈ ਨਹੀਂ। ਹੁਣ ਕਹਿ ਦਿੱਤਾ ਸਰਕਾਰ ਨੇ ਸਾਡਾ ਕੋਈ ਕੰਟਰੋਲ ਨਹੀਂ ਹੈ, ਜਦਕਿ ਸਾਰੀਆਂ ਚੀਜ਼ਾਂ ਤੇ ਕੰਟਰੋਲ ਦਾ ਫਰਜ਼ ਹੈ ਸਰਕਾਰ ਦਾ।
ਤੇ ਦੂਜੀ ਗੱਲ ਹੈ ਕਿ ਜਿਹੜਾ ਆਪਣਾ ਟੈਕਸ ਹੈ ਉਹ ਜਿਸ ਲੈਵਲ ਤੇ ਹੈ ਵੱਡੇ ਪੱਧਰ ਤੇ ਸਟੇਟ ਵੀ ਲਾ ਰਹੀ ਹੈ, ਮਤਲਬ ਨੀਅਰ ਅਬਾਊਟ 65 ਤੋਂ 70% ਤੱਕ ਦਾ ਟੈਕਸ ਹੀ ਹੈ। ਤੇ ਦੋਨੋਂ ਰਲ ਕੇ ਜਿਹੜਾ ਆ ਲੋਕਾਂ ਦੇ ਉੱਤੇ ਏਡਾ ਵੱਡਾ ਭਾਰ ਪਾ ਰਿਹਾ। ਤੇ ਜੇ ਉਹਦੇ ਚੋਂ ਰਾਹਤ ਦੇ ਦਿੱਤੀ ਗਈ ਦੀਵਾਲੀ ਦੇ ਨਾਂ ਦੇ ਉੱਤੇ ਤਾਂ ਉਹ ਰਾਹਤ ਨਹੀਂ ਹੈ, ਉਹ ਤਾਂ ਸਿਰਫ ਤੇ ਸਿਰਫ ਪੁਚਲਾਵਾ ਹੀ ਹੈ। ਕਿਉਂਕਿ ਜਿਹੜਾ ਇਹ ਫਰਕ ਪਿਆ ਹੋਏਗਾ 5-10 ਰੁਪਏ ਘਟਾਉਣ ਦੇ ਨਾਲ, ਇਹ ਫਰਕ ਤਾਂ 5 ਮਹੀਨਿਆਂ ਦੇ ਵਿੱਚ ਹੀ ਖਤਮ ਹੋ ਜਾਣਾ, ਫਿਰ ਉੱਥੇ ਗੱਲ ਆ ਜਾਣੀ ਹੈ, ਫਿਰ ਗਾਂਹ ਵਧਣੀ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਅਨਕੰਟਰੋਲਡ ਜਿਹੜਾ ਸਿਸਟਮ ਹੁੰਦਾ ਹੈ ਉਹਦੇ 'ਚ ਠੀਕ ਹੈ ਗੱਲ ਤੁਹਾਡੀ ਕਿ ਜਦੋਂ ਕੋਈ ਝਟਕਾ ਲੱਗਦਾ ਹੈ ਤੇ ਫਿਰ ਸ਼ਾਇਦ ਉਹ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਮੂਰਖ ਬਣਾ ਲਿਆ ਜਾਏ। ਇੱਦਾਂ ਦੀ ਇਹ ਕਸਰਤ ਐਕਸਰਸਾਈਜ਼ ਦੇ ਤੌਰ ਤੇ ਨੂੰ ਦੇਖਿਆ ਜਾ ਸਕਦਾ ਹੈ। ਪਰ ਓਵਰਆਲ ਜਿਸ ਤਰ੍ਹਾਂ ਅਨਕੰਟਰੋਲ ਹੈ ਸਾਡਾ ਸਿਸਟਮ, ਕਿਸੇ ਕਿਸਮ ਦਾ ਕਾਬੂ ਨਹੀਂ ਹੈ, ਸਰਕਾਰ ਚਾਹੁੰਦੀ ਨਹੀਂ ਕਿ ਵੀ ਇਹ ਕੁਝ ਹੋਵੇ, ਤੇ ਇਸ ਕਰਕੇ ਸਰਕਾਰ ਤਾਂ ਕੰਨ ਵਲੇਟ ਕੇ ਪਈ ਰਹਿੰਦੀ ਹੈ। ਮੈਂ ਅੱਗੇ ਵੀ ਕਹਿੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਇਹ ਸਰਕਾਰ ਦੀ ਸਾਨੂੰ ਜ਼ਰੂਰਤ ਕੀ ਹੈ ਜਦ ਉਹਦੇ ਕੰਟਰੋਲ 'ਚ ਕੁਝ ਨਹੀਂ ਹੈ, ਚਾਹੇ ਉਹ ਸੂਬਾਈ ਸਰਕਾਰਾਂ ਹੋਣ ਜਾਂ ਕੇਂਦਰ ਸਰਕਾਰ ਹੋਵੇ। ਜਾਂ ਸਰਕਾਰ ਨੇ ਹਰ ਥਾਂ ਤੋਂ ਹੱਥ ਹੀ ਖੜੇ ਕਰਕੇ ਰੱਖਣੇ ਆ ਵੀ ਨਹੀਂ ਸਾਡੇ ਬਸ ਤਾਂ ਕੁਝ ਨਹੀਂ, ਫਿਰ ਉਹ ਸਰਕਾਰ ਹੈ ਕਾਹਦੇ ਲਈ। ਇਸ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਵਧਣਾ ਉਹ ਕੇਵਲ ਤੇ ਕੇਵਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦਾ ਵਧਣਾ ਨਹੀਂ ਹੁੰਦਾ, ਉਹਦਾ ਅਸਰ ਹਰ ਆਮ ਨਾਗਰਿਕ ਤੇ ਪੈਂਦਾ ਹੈ। ਸਾਡੀ ਰਸੋਈ ਤੇ ਉਹਦਾ ਅਸਰ ਪੈਂਦਾ ਹੈ, ਟਰਾਂਸਪੋਰਟੇਸ਼ਨ ਤੇ ਉਹਦਾ ਅਸਰ ਪੈਂਦਾ। ਮਤਲਬ ਮੈਂ ਸੋਚੀ ਜਾਂਦਾ ਸੀ 5-6 ਦਿਨ ਪਹਿਲਾਂ ਦੀ ਗੱਲ ਹੈ, ਮੈਂ ਸੋਚੀ ਜਾਂਦਾ ਸੀ ਕਿ ਵੀ ਜਿਹੜਾ ਮੈਂ ਜਿੱਦਾਂ ਜਾਣਾ ਹੁਣ ਬਾਹਰ ਜਾਣਾ ਕਿਤੇ, ਰੋਜ਼ ਹੀ ਜਾਣਾ ਪੈਂਦਾ ਮੈਨੂੰ 2-3 ਥਾਵਾਂ ਤੇ ਹੋਰ ਤਾਂ ਕਿਤੇ ਜਾਂਦੇ ਨਹੀਂ ਅਸੀਂ, ਕਿਤੇ ਬਹੁਤ ਹੀ ਮਹੀਨੇ 'ਚ ਇੱਕ ਅੱਧੀ ਵਾਰੀ ਕਿਤੇ ਬਹੁਤ ਜ਼ਰੂਰੀ ਜਾਣਾ ਪੈ ਜਾਂਦਾ ਆਊਟ ਆਫ ਚੰਡੀਗੜ੍ਹ ਤੇ ਕਿਸੇ ਲਿਟਰੇਰੀ ਫੰਕਸ਼ਨ ਤੇ ਜਾਂ ਕਿਸੇ ਹੋਰ ਦੁੱਖ ਸੁੱਖ ਦੇ ਵਿੱਚ। ਤੇ ਸਾਡਾ ਨੀਅਰ ਅਬਾਊਟ 20,000 ਰੁਪਏ ਦਾ ਹੁਣ ਪੈਟਰੋਲ ਲੱਗਣ ਲੱਗ ਪਿਆ ਮਹੀਨੇ ਦਾ, 20,000 ਰੁਪਏ ਦਾ, ਜਿਹੜਾ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਸਿਰਫ ਤੇ ਸਿਰਫ 3-4,500 ਦਾ ਸੀ। ਤੁਸੀਂ ਫਰਕ ਕੱਢ ਸਕਦੇ ਹੋ ਵੀ 3-3,500 ਦਾ ਪੈਟਰੋਲ ਜਿਹੜਾ ਮਹੀਨੇ ਦਾ ਲੱਗਦਾ ਸੀ 4,000 ਦਾ, ਉਹ ਹੁਣ 20,000 ਦਾ ਲੱਗਣ ਲੱਗ ਪਿਆ। ਤੇ ਕਿੱਦਾਂ ਇਹ ਸਰਵਾਈਵ ਬੰਦਾ ਕਰ ਸਕੂਗਾ। ਤੇ ਮੈਂ ਸੋਚੀ ਜਾਂਦਾ ਸੀ, ਮੈਂ ਕਮਲ ਨਾਲ ਗੱਲ ਕਰਦਾ ਸੀ, ਮੈਂ ਕਿਹਾ ਕੋਈ ਤਰੀਕਾ ਲੱਭੀਏ ਵੀ ਮੈਨੂੰ ਆਹ ਕਾਰ ਲਿਜਾਣੀ ਨਾ ਪਵੇ। ਤੇ ਪਰ ਜੇ 2 ਵੀਲਰ ਵੀ ਲੈ ਲਈਏ ਉਹਦੇ 'ਤੇ ਵੀ ਪੈਟਰੋਲ ਤੇ ਡੀਜ਼ਲ ਤਾਂ ਉਹਦੇ 'ਤੇ ਵੀ ਪੈਂਦਾ ਹੈ, ਤੇ ਕੋਈ ਤਰੀਕਾ ਨਹੀਂ ਲੱਭ ਰਿਹਾ ਕਿਉਂਕਿ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ, ਤੁਸੀਂ ਰੁਕ ਨਹੀਂ ਸਕਦੇ ਕਿਤੇ ਵੀ। ਪਰ ਬਹੁਤ ਮੁਸ਼ਕਲ ਹਾਲਾਤ ਵੀ ਬਣ ਗਏ ਨੇ। ਇਹਨਾਂ ਮੁਸ਼ਕਲ ਹਾਲਾਤ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਆਮ ਬੰਦਾ ਕਿੰਨੀ ਕੁ ਦੇਰ ਤੱਕ ਇਹ ਸਾਰੀਆਂ ਚੀਜ਼ਾਂ ਬਰਦਾਸ਼ਤ ਕਰੇ। ਦਸਾਂਝ ਸਾਹਿਬ, ਵੈਸੇ ਤੇ ਵਰਤਾਰਾ ਜਿਹੜਾ ਇਹ ਕੈਪੀਟਲ ਵਾਲਾ ਸਿਸਟਮ ਹੈ ਜਿਹਦੇ 'ਚ ਅਸੀਂ ਸਰਮਾਏਦਾਰੀ ਯੁੱਗ 'ਚ ਰਹਿ ਰਹੇ ਹਾਂ, ਤੇ ਫਿਰ ਇੱਥੇ ਆ ਕੇ ਸਾਡਾ ਮੂੰਹ ਬੰਦ ਹੋ ਜਾਂਦਾ, ਕਰਾ ਦਿੱਤਾ ਜਾਂਦਾ ਕਿ ਭਾਈ ਤੁਸੀਂ ਜਿਹੜੇ ਸਮਾਜ 'ਚ ਰਹਿ ਰਹੇ ਹੋ ਨਾ, ਇੱਥੇ ਵਰਤਾਰਾ ਰਹਿਣਾ ਹੀ ਆ। ਜਦੋਂ ਮੈਨੂੰ ਯਾਦ ਹੈ 2005 'ਚ ਅਸੀਂ ਕੈਨੇਡਾ ਆਏ ਸੀ, ਤੇ ਜਿਹੜਾ ਇਹੀ ਗੈਸ ਇੱਥੇ ਕਹਿੰਦੇ ਅਸੀਂ ਗੈਸੋਲੀਨ ਪੈਟਰੋਲ ਨੂੰ, ਤੇ ਉਹ 65 ਸੈਂਟ ਨੂੰ ਲੀਟਰ ਹੋਇਆ ਕਰਦਾ ਸੀਗਾ। ਤੇ ਸਾਡੇ ਮੁਕਾਬਲੇ ਜਿਹੜਾ ਅਮਰੀਕਾ ਆ ਉਹਦੇ ਵਿੱਚ $2 ਨੂੰ ਗੈਲਨ, ਯਾਨੀ ਕਿ 4 ਲੀਟਰ ਤੋਂ ਵੀ ਥੋੜ੍ਹਾ ਜਿਹਾ ਜ਼ਿਆਦਾ ਕਹਿ ਲਓ ਜਾਂ 4 ਲੀਟਰ ਦੇ ਕਰੀਬ ਇਹ ਜਿਹੜਾ ਗੈਸ ਦਾ ਰੇਟ ਸੀਗਾ। ਤੇ ਅੱਜ ਉਹ ਸਾਨੂੰ ਕੈਨੇਡਾ ਦੇ ਵਿੱਚ ਵੀ $1 ਤੇ 40 ਸੈਂਟ ਤੋਂ ਉੱਤੇ, ਕਦੀ ਕਦੀ 1.5 ਵੀ ਹੋ ਜਾਂਦਾ ਕਿਸੇ ਦਿਨ, ਰੋਜ਼ ਅਪਸੈਟ ਥੱਲੇ ਹੁੰਦਾ। ਤੇ ਜਦੋਂ ਉਹਨੂੰ ਅਸੀਂ ਕੰਪੇਅਰ ਕਰਦੇ ਆ ਨਾ ਭਾਰਤ ਨਾਲ, ਤੇ ਲਗਭਗ ਗੱਲ ਬਰਾਬਰ ਜੀ ਆ ਜਾਂਦੀ ਆ, ਕਿੱਥੇ 65 ਸੈਂਟ ਤੇ ਕਿੱਥੇ ਹੁਣ $1.5 ਦੇ ਨੇੜੇ ਰੇਟ ਹੈ। ਤੇ ਨਾਲ ਦੀ ਨਾਲ ਜਦੋਂ ਆਪਾਂ ਕਰੰਸੀ ਦੀ ਕਨਵਰਸ਼ਨ ਦੀ ਗੱਲ ਕਰਦੇ ਆ ਕਿ ਭਾਰਤ ਦੀ ਕਰੰਸੀ ਕਾਫੀ ਜ਼ਿਆਦਾ ਡਾਊਨ ਹੋਈ। ਜਦੋਂ ਮੈਂ ਇੱਥੇ ਆਇਆ ਸੀ ਤੇ 35 ਰੁਪਏ ਦਾ $1 ਸੀ, ਜਿਹੜਾ ਹੁਣ ਕੈਨੇਡੀਅਨ ਡਾਲਰ ਹੁਣ $60 ਦਾ ਆ, ਤੇ 60 ਰੁਪਏ ਦਾ $1 ਆ। ਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਕੰਪੇਅਰ ਕਰਦੇ ਆ ਤੇ ਫਿਰ ਲੱਗਦਾ ਇੱਦਾਂ ਹੀ ਆ ਕਿ ਇਹ ਲੋਕ ਕਹਿ ਦਿੰਦੇ ਨੇ, ਸਾਡੇ ਇੱਥੇ ਐਕਸਪਰਟ ਵੀ ਆਉਂਦੇ ਨੇ ਜਿਹੜੇ ਸਾਡੇ ਇਕੋਨਮੀ ਵਾਲੇ ਵੀ, ਜਾਂ ਕੁਝ ਇੱਕ ਹੋਰ ਲੋਕ ਵੀ, ਭਾਈ ਸਰਕਾਰਾਂ ਦਾ ਕੰਮ ਇਨਫਰਾਸਟਰਕਚਰ ਜਾਂ ਵਪਾਰ ਕਰਨਾ ਨਹੀਂ ਹੁੰਦਾ, ਜਾਂ ਇਨਫਰਾਸਟਰਕਚਰ ਡਿਵੈਲਪ ਕਰਨਾ ਨਹੀਂ ਹੁੰਦਾ। ਵੈਸੇ ਉਹਨਾਂ ਦੀ ਬੜੀ ਗਲਤ ਧਾਰਨਾ, ਮੈਂ ਆਪ ਇਹਦੇ ਨਾਲ ਸਹਿਮਤ ਨਹੀਂ। ਉਹ ਕਹਿੰਦੇ ਸਰਕਾਰਾਂ ਦਾ ਕੰਮ ਤੇ ਸਿਰਫ ਲਾਭ ਬਣਾਉਣਾ ਆ, ਬਾਕੀ ਕੰਮ ਤਰੱਕੀ ਤੇ ਤਾਂ ਹੀ ਹੋਊਗੀ ਜੇ ਤੁਸੀਂ ਬਾਹਰ ਓਪਨ ਛੱਡ ਦਿਓਗੇ, ਸਾਰਾ ਕੁਝ ਕਾਰਪੋਰੇਟ ਦੇ ਹੱਥ 'ਚ ਦੇ ਦਿਓਗੇ।
ਤਾਂ ਹੀ ਇਹ ਸਾਰਾ ਤੁਹਾਡੀਆਂ ਸੜਕਾਂ, ਬ੍ਰਿਜ, ਬਿਲਡਿੰਗਾਂ ਸਭ ਬਣਦੀਆਂ ਨੇ। ਸਰਕਾਰਾਂ ਅਗਰ ਇਸ ਕੰਮ 'ਚ ਲੱਗ ਗਈਆਂ ਤੇ ਫਿਰ ਲਾ ਕੌਣ ਬਣਾਊਗਾ? ਉਹ ਬੜਾ ਤਰਕ ਦਿੰਦੇ ਨੇ, ਬੜੇ ਇਸ ਗੱਲ ਨੂੰ ਬੜਾ ਉਹ ਅਹਿਮੀਅਤ ਦਿੰਦੇ ਨੇ ਔਰ ਕਹਿੰਦੇ ਨੇ ਬਾਰ-ਬਾਰ ਕਿ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਬਿਜ਼ਨਸ ਕਰਨਾ, ਸਰਕਾਰਾਂ ਦਾ ਕੰਮ ਤੇ ਆ ਲਾ ਬਣਾਉਣਾ। ਤੋ ਜਿਹੜੇ ਸਮਾਜ 'ਚ ਰਹਿੰਦੇ ਆ ਫਿਰ ਮਜਬੂਰੀ ਬਸ ਉੱਥੇ ਆ ਕੇ ਆਪਾਂ ਨੂੰ ਅੱਗੇ ਕੋਈ ਦਲੀਲ ਅਪੀਲ ਚੱਲਦੀ ਨਹੀਂ ਤੇ ਫਿਰ ਕਹਿੰਦੇ ਆ ਨਾ ਕਿ ਉਹ ਜਿੱਦਾਂ ਦਾ ਚੱਲਦਾ ਫਿਰ ਉੱਥੇ ਰਹਿਣਾ ਪੈਣਾ ਹੀ ਆ। ਅਰੇ ਬਿਲਕੁਲ, ਮੈਂ ਵੀ ਤੁਹਾਡੇ ਨਾਲ ਹੀ ਸਹਿਮਤ ਹਾਂ। ਇਹ ਧਾਰਨਾ ਅਸਲ ਦੇ ਲੋਕ ਇਸ ਧਾਰਨਾ ਵਾਲੇ ਨੇ ਬੜੇ ਸਤਿਕਾਰ ਨਾਲ, ਮੈਂ ਕਹਿੰਦਾ ਉਹ ਧਾਰਨਾ ਅਸਲ ਦੇ ਵਿੱਚ ਇਸ ਸਾਰੇ ਸਿਸਟਮ ਦੀ ਹੀ ਬਣਾਈ ਹੋਈ ਧਾਰਨਾ ਨੂੰ ਅੱਗੇ ਤੋੜਦੇ ਨੇ ਵੀ ਨਹੀਂ ਸਰਕਾਰਾਂ ਦਾ ਕੰਮ ਤਾਂ ਲਾਅ ਬਣਾਉਣਾ ਹੈ, ਕਾਨੂੰਨ ਬਣਾਉਣਾ ਹੈ ਤੇ ਬਾਕੀ ਸਾਰਾ ਕੁਝ ਓਪਨ ਛੱਡ ਦਿੱਤਾ ਜਾਵੇ। ਤੇ ਓਪਨ ਛੱਡਣ ਦੇ ਨਾਲ ਜੇ ਤਾਂ ਤਸਵੀਰ ਬਦਲਦੀ ਹੋਵੇ, ਕਿਉਂਕਿ ਜਿਹਦਾ ਜ਼ਿਕਰ ਆਪਾਂ ਕਰ ਰਹੇ ਹਾਂ ਸੜਕਾਂ, ਬ੍ਰਿਜ ਵਗੈਰਾ, ਸੜਕਾਂ ਬ੍ਰਿਜ ਬਣਾਉਣ ਦੇ ਨਾਲ, ਕੇਵਲ ਸੜਕਾਂ ਬ੍ਰਿਜ ਵੱਡੀਆਂ ਉੱਚੀਆਂ ਬਣਾਉਣ ਦੇ ਨਾਲ ਲੋਕਾਂ ਦੀ ਤਕਦੀਰ ਬਦਲਦੀ ਹੋਵੇ, ਲੋਕਾਂ ਦੇ ਜੀਵਨ 'ਚ ਖੁਸ਼ਹਾਲੀ ਜਿਹੜੀ ਆਉਂਦੀ ਹੋਵੇ, ਫਿਰ ਤਾਂ ਮੰਨਿਆ ਜਾ ਸਕਦਾ ਹੈ। ਜੇ ਪਾੜਾ ਲਗਾਤਾਰ ਵੱਧਦਾ ਹੀ ਚੱਲਿਆ ਜਾਣਾ ਹੋਵੇ, ਮਤਲਬ ਦੇਖੋ ਮੈਂ ਮੁਕਾਬਲਤਨ ਜਿਹੜਾ ਸਾਡਾ ਕੈਨੇਡਾ ਹੈ ਜਾਂ ਅਮਰੀਕਨ ਜਾਂ ਵਿਕਸਿਤ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਕਿਵੇਂ ਰਹਿੰਦੇ ਨੇ, ਕਿਵੇਂ ਨਹੀਂ ਰਹਿੰਦੇ, ਉਹ ਕਿੰਨੇ ਕੁ ਮੁਦੱਸਰ ਨੇ ਓਵਰਆਲ ਸਰਕਾਰਾਂ ਦੇ ਉੱਤੇ, ਤੇ ਕਿੰਨਾ ਕੁ ਉਹਨਾਂ ਦਾ ਗੁਜ਼ਾਰਾ ਜਿਹੜਾ ਹੈ, ਜਿੰਨੀ ਕੁ ਉਹਨਾਂ ਨੂੰ ਮਿਲਦੀ ਹੈ, ਕਿਸ ਢੰਗ ਨਾਲ ਗੁਜ਼ਾਰਾ ਕਰ ਪਾਉਂਦੇ ਨੇ, ਇਹ ਮੇਰੇ ਨਾਲੋਂ ਬਿਹਤਰ ਤੁਸੀਂ ਜਾਣਦੇ ਹੋ। ਪਰ ਭਾਰਤ ਵਿੱਚ ਇਹਦਾ ਜਿਹੜਾ ਅਸੀਂ ਅਸਰ ਦੇਖ ਰਹੇ ਇਹਨਾਂ ਨਵੀਆਂ ਗਲੋਬਲ ਪਾਲਿਸੀਜ਼ ਦਾ ਜਾਂ ਇਹ ਓਪਨ ਮਾਰਕੀਟ ਦਾ, ਉਹਨੇ ਖਾਈ ਜਿਹੜੀ ਆ ਘਟਾਉਣ ਦੀ ਥਾਂ ਦੇ ਉੱਤੇ ਦੇਖਣ ਨੂੰ ਤਰੱਕੀ ਲੱਗਦੀ ਹੈ। ਤਰੱਕੀ ਲੱਗਦੀ ਹੈ। ਸਾਈਕਲ ਲੈਣ ਦੀ ਸੀ ਕਿਸੇ ਵੇਲੇ, ਅੱਜ ਮੇਰੇ ਕੋਲ ਕਾਰ ਹੈ, ਲੱਗਦੀ ਤਾਂ ਹੈ ਤਰੱਕੀ। ਏਦਾਂ ਬਾਕੀ ਬੰਦੇ ਆ ਉਹ ਵੀ ਬਹੁਤ ਕੁਝ, ਪਰ ਜੇ ਤੁਸੀਂ ਅੰਦਰ ਤੱਕ ਜਾ ਕੇ ਤਾਂ ਤੁਹਾਨੂੰ ਪਤਾ ਲੱਗ ਕਰਜ਼ੇ ਤੇ ਜਾਲ 'ਚ ਇੰਨੀ ਬੁਰੀ ਤਰ੍ਹਾਂ ਫਸੇ ਹੋਏ ਆ। ਇੱਕ EMI ਮੁੱਕਦੀ ਨਹੀਂ, ਦੂਜੀ EMI ਸ਼ੁਰੂ ਹੋ ਜਾਂਦੀ ਹੈ। ਲਾਲਸਾ ਵਧਾ ਦਿੱਤੀ ਹੈ ਇਸ ਮਾਰਕੀਟ ਨੇ, ਓਪਨ ਮਾਰਕੀਟ ਨੇ। ਚੀਜ਼ਾਂ ਬਹੁਤ ਜ਼ਿਆਦਾ ਸੁੱਟ ਦਿੱਤੀਆਂ, ਮਤਲਬ ਬੇਦਹਾ ਚੀਜ਼ਾਂ ਨੇ ਮਾਰਕੀਟ ਦੇ ਵਿੱਚ। ਜੇ ਤੁਸੀਂ ਨਹੀਂ ਵੀ ਕੁਝ ਖਰੀਦਣ ਜਾਣਾ, ਤੁਸੀਂ ਵੈਸੇ ਹੀ ਜਾ ਰਹੇ ਹੋ, ਮਾਰਕੀਟ ਦੇ ਵਿੱਚ ਲੰਘ ਰਹੇ ਹੋ, ਪਰ ਮਾਰਕੀਟ ਤੁਹਾਨੂੰ ਇਹਦਾ ਆਕਰਸ਼ਿਤ ਕਰਦੀ ਹੈ ਵੀ ਤੁਸੀਂ ਜੇਬ ਤੁਹਾਡੀ ਖਾਲੀ, ਉਹਦੇ ਬਾਵਜੂਦ ਕੁਝ ਨਾ ਕੁਝ ਲੈ ਕੇ ਘਰ ਆ ਜਾਂਦੇ ਹੋ। ਤੁਸੀਂ ਆਪਣੇ ਘਰ 'ਚ ਨਿਗਾਹ ਮਾਰਦੇ ਹੋ, ਜਿੰਨੇ ਵੀ ਸਾਡੇ ਦੋਸਤ ਮਿੱਤਰ ਸਾਨੂੰ ਸੁਣਦੇ ਆ, ਆਪਣੀ ਘਰ ਦੇ ਅੰਦਰ ਨਜ਼ਰ ਮਾਰ ਲਓ। ਇੰਨੇ ਘਰ ਅਸੀਂ ਭਰੇ ਹੋਏ ਆ ਜਿਸ 'ਚੋਂ 70% ਚੀਜ਼ਾਂ ਅਸੀਂ ਯੂਜ਼ ਨਹੀਂ ਕਰਦੇ, ਯੂਜ਼ਲੈਸ ਹੈ। ਉਹ ਚੀਜ਼ ਲਿਆ ਕੇ ਰੱਖ ਲਈ ਹੈ, ਉਹਦੀ ਵਰਤੋਂ ਕੋਈ ਨਹੀਂ ਹੈ। ਇਹ ਆ ਮਾਰਕੀਟ। ਮਾਰਕੀਟ ਨੇ ਤੁਹਾਨੂੰ ਉਹ ਚੀਜ਼ਾਂ ਵੀ ਦੇ ਦਿੱਤੀਆਂ, ਤੁਹਾਡੇ ਘਰ ਦੇ ਅੰਦਰ ਵਾੜਤੀਆਂ, ਕਾਲੋਂ ਸਾਹਿਬ ਜਿਹੜੀ ਸ਼ਾਇਦ ਤੁਸੀਂ ਇੱਕ ਅੱਧੀ ਵਾਰੀ ਮੇਰੇ ਖਿਆਲ ਦਸਾਂਝ ਸਾਹਿਬ ਕਾਲ ਕਿਸੇ ਸਾਡੇ ਦਰਸ਼ਕ ਦੀ ਆ ਰਹੀ ਹੈ, ਮੈਂ ਉਹਨਾਂ ਦਾ ਨਾਂ ਤਾਂ ਨਹੀਂ ਪੜ੍ਹ ਸਕਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਜਾਣਨਾ ਚਾਹੁੰਦਾ ਗਿੱਲ ਸਾਹਿਬ ਕਿ ਜਿਹੜੀ ਭਾਰਤ ਦੇ ਵਿੱਚ ਆ ਤੇਲ ਦੇ ਉੱਤੇ ਐਕਸਾਈਜ਼ ਡਿਊਟੀ ਘਟਾਈ ਆ ਜੀ, ਕੀ ਇਹ ਜਿਹੜੇ BJP ਦੇ ਖਿਲਾਫ ਨਤੀਜੇ ਆਏ ਆ ਜਿਮਨੀ ਚੋਣਾਂ ਦੇ, ਉਹਦਾ ਅਸਰ ਆ ਕਿ ਜਾਂ ਕੋਈ ਹੋਰ ਕਾਰਨ ਆ? ਮੈਂ ਆਫ ਦੀ ਏਅਰ ਸੁਣ ਲੈਣਾ ਜੀ। ਥੈਂਕ ਯੂ ਕਾਲੋਂ ਸਾਹਿਬ, ਥੈਂਕ ਯੂ ਤੁਹਾਡੀ ਕਾਲ ਲਈ। ਆਪਾਂ ਦਸਾਂਝ ਸਾਹਿਬ ਨੂੰ ਸਵਾਲ ਪਹੁੰਚ ਗਿਆ। ਦਸਾਂਝ ਸਾਹਿਬ ਤੁਹਾਨੂੰ ਹਾਂਜੀ, ਪਹਿਲੀ ਗੱਲ ਤਾਂ ਬਹੁਤ ਸ਼ੁਕਰੀਆ ਕਾਲੋ ਸਾਹਿਬ ਦਾ, ਸ਼ੁਕਰੀਆ ਪ੍ਰੈਸ ਸਾਹਿਬ ਆਏ ਸਾਡੇ ਨਾਲ ਲਾਈਨ ਤੇ ਬਹੁਤ ਮਿਹਰਬਾਨੀ ਪ੍ਰੈਸ ਸਾਹਿਬ, ਤੇ ਮੁਬਾਰਕਾਂ ਵੀ ਤੁਹਾਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ। ਅਸੀਂ ਇਹਦੇ ਤੇ ਥੋੜੀ ਚਰਚਾ ਕਰ ਚੁੱਕੇ ਹਾਂ ਕਾਲੋ ਸਾਹਿਬ, ਸ਼ਾਇਦ ਤੁਸੀਂ ਉਦੋਂ ਨਾਲ ਨਹੀਂ ਸੀ ਜੁੜੇ। ਓਵਰਆਲ ਦੇਖੋ, ਇਹ ਗੱਲ ਠੀਕ ਹੈ ਜਿਸ ਤਰੀਕੇ ਦੇ ਨਾਲ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਨੇ, 3 ਲੋਕ ਸਭਾ ਦੇ ਵਿੱਚੋਂ 2 ਜਿਹੜੀਆਂ ਲੋਕ ਸਭਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਗਵਾ ਲਈਆਂ। ਈਵਨ ਦਾਦਰਾ ਨਗਰ ਹਵੇਲੀ ਵਰਗੀ ਜਿਹੜੀ ਲੋਕ ਸਭਾ ਹੈ, ਉੱਥੇ ਸ਼ਿਵ ਸੈਨਾ ਪਹਿਲੀ ਵਾਰ ਜਿੱਤੀ ਹੈ। ਆਊਟ ਆਫ ਮਹਾਰਾਸ਼ਟਰ ਜਾ ਕੇ ਸ਼ਿਵ ਸੈਨਾ ਨੇ ਜਿੱਤ ਹਾਸਲ ਕੀਤੀ, ਤੇ ਉਧਵ ਠਾਕਰੇ ਦਾ ਮੁੰਡਾ ਆਦਿਤਿਆ ਠਾਕਰੇ ਕਹਿੰਦਾ ਇਹ ਅਨਿਆਂ ਦੇ ਉੱਤੇ ਨਿਆਂ ਦੀ ਜਿੱਤ ਹੈ। ਏਦਾਂ ਹੀ ਜਿਹੜੀ 29 ਵਿਧਾਨ ਸਭਾ ਸੀਟਾਂ ਸੀ, ਉਹਦੇ 'ਚ ਬੜੀ ਮੁਸ਼ਕਲ ਦੇ ਨਾਲ ਉਹ ਆਸਾਮ ਤੇ ਮੱਧ ਪ੍ਰਦੇਸ਼ ਦੇ ਵਿੱਚ ਆਪਣੀ ਇੱਜ਼ਤ ਬਚਾ ਸਕੇ। ਆਸਾਮ ਦੇ ਵਿੱਚ ਵੀ ਉਹਨਾਂ ਦਾ ਇੱਕ ਫਰੰਟ ਹੈ, 3 ਸੀਟਾਂ BJP ਨੇ ਜਿੱਤੀਆਂ, 2 ਜਿਹੜਾ ਉਹਨਾਂ ਨੇ ਫਰੰਟ ਬਣਾਇਆ ਹੋਇਆ ਉਹਦੇ ਕੈਂਡੀਡੇਟਸ ਨੇ ਜਿੱਤੀਆਂ। ਤੇ ਬਾਕੀ ਸਾਰੇ ਥਾਵਾਂ ਦੇ ਉੱਤੇ ਸਪੈਸ਼ਲੀ ਜੇ ਹਿਮਾਚਲ ਦਾ ਜ਼ਿਕਰ ਕਰੀਏ ਤੇ 4 ਦੀਆਂ 4 ਸੀਟਾਂ, ਇੱਕ ਲੋਕ ਸਭਾ ਦੀ, 3 ਵਿਧਾਨ ਸਭਾ ਦੀਆਂ ਸੀਟਾਂ ਜਿਹੜੀਆਂ ਉਹ ਇਸ ਢੰਗ ਨਾਲ ਜਿੱਤੀਆਂ ਕਾਂਗਰਸ ਨੇ। ਦੇਖੋ ਅਸੀਂ ਕੋਈ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਨਹੀਂ ਕਰਦੇ, ਅਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਰਹੇ ਹਾਂ
ਵੀ ਕਿਸਾਨ ਅੰਦੋਲਨ ਜਿਸ ਢੰਗ ਨਾਲ ਚੱਲ ਰਿਹਾ, ਜਿਸ ਢੰਗ ਨਾਲ ਮਹਿੰਗਾਈ ਵਧੀ ਹੈ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, ਉਹਨੇ ਮਤਲਬ ਘੱਟੋ ਘੱਟ ਨਾਰਥ ਇੰਡੀਆ ਦੇ ਵਿੱਚ ਤਾਂ ਸਾਫ਼ ਸੰਕੇਤ ਦੇ ਦਿੱਤੇ ਹੈ ਕਿ ਨਾਰਥ ਇੰਡੀਆ 'ਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਬਹੁਤ ਮੁਸ਼ਕਲ 'ਚ ਹੈ। ਹਿਮਾਚਲ ਤੇ ਮੰਡੀ ਲੋਕ ਸਭਾ ਸੀਟ ਤੇ ਬਾਕੀ 3 ਜਿਹੜੀਆਂ ਸੀਟਾਂ ਨੇ ਉਹਦਾ ਵਿੱਚੋਂ ਵੀ ਕੁਝ ਸੀਟਾਂ ਤੇ ਜ਼ਮਾਨਤ ਤੱਕ ਜ਼ਬਤ ਹੋ ਜਾਣੀ। ਰਾਜਸਥਾਨ ਦੇ ਵਿੱਚ ਵੀ ਕੁਝ ਥਾਵਾਂ ਤੇ ਜ਼ਮਾਨਤ ਜ਼ਬਤ ਹੋ ਜਾਣੀ, ਤੀਜੇ ਨੰਬਰ ਤੇ ਆਉਣਾ ਬੀਜੇਪੀ ਦੇ ਕੈਂਡੀਡੇਟ ਦਾ। ਪੱਛਮੀ ਬੰਗਾਲ ਦੇ ਵਿੱਚ 4 ਸੀਟਾਂ ਸੀਗੀਆਂ, 4 ਤ੍ਰਿਣਮੂਲ ਕਾਂਗਰਸ ਜਿੱਤ ਗਈ। ਮਾਰਜਨ ਕਿੰਨਾ ਰਿਹਾ? ਕਿਤੇ 1.25 ਲੱਖ ਦਾ, ਕਿਤੇ 1 ਲੱਖ ਦਾ, ਕਿਤੇ 85,000 ਦਾ, ਜਿਹਦਾ ਲੋਕ ਸਭਾ ਦਾ ਮਾਰਜਨ ਹੁੰਦਾ, ਵਿਧਾਨ ਸਭਾ ਦਾ ਇੰਨਾ ਮਾਰਜਨ ਰਿਹਾ, ਜਿਹਦੇ ਚੋਂ 2 ਸੀਟਾਂ ਬੀਜੇਪੀ ਨੇ 4-6 ਮਹੀਨੇ ਪਹਿਲਾਂ ਜਿੱਤੀਆਂ ਜਦੋਂ ਚੋਣਾਂ ਹੋਈਆਂ ਬੰਗਾਲ। ਸੋ ਇਹਦਾ ਅਸਰ ਤਾਂ ਹੈ, ਸ਼ਾਇਦ ਪੋਸੀਬਲ ਹੈ, ਗੱਲ ਠੀਕ ਹੈ ਵੀ ਇਹ ਅਚਾਨਕ ਹੀ ਜਿਹੜਾ ਐਡਾ ਵੱਡਾ ਝਟਕਾ ਲੱਗਾ ਅੰਦਰੋਂ, ਭਾਵੇਂ ਮੰਨੀ ਬੈਠੇ ਆ, ਬਾਹਰੋਂ ਭਾਵੇਂ ਨਾ ਮੰਨਣ, ਉਹਦੇ ਕਰਕੇ ਇੱਕ ਫੌਰੀ ਰਾਹਤ ਦੇਣ ਦੀ ਜਿਹੜੀ ਇੱਕ ਐਕਸਰਸਾਈਜ਼ ਕੀਤੀ ਆ। ਪਰ ਇਹ ਜਦੋਂ ਤੱਕ ਗਾਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਦੋਂ ਤੱਕ ਤਾਂ ਲੋਕਾਂ ਨੇ ਭੁੱਲ ਭੁਲਾ ਜਾਣਾ ਇਹ ਵੀ ਸਾਨੂੰ 5 ਰੁਪਏ ਜਾਂ 10 ਰੁਪਏ ਛੱਡੇ ਸੀ ਸਰਕਾਰ ਨੇ, ਕਿਉਂਕਿ ਉਦੋਂ ਤੱਕ ਮੁੜ ਕੇ ਫੇਰ ਉਸ ਤੋਂ ਵੀ ਅੱਗੇ ਗੱਲ ਪਹੁੰਚੀ ਹੋਣੀ ਹੈ। ਰੋਜ਼ ਹੀ ਲਗਭਗ ਮਹੀਨੇ 'ਚ 15 ਦਿਨ 35 ਪੈਸੇ ਜਿਹੜਾ ਪੈਟਰੋਲ ਤੇ ਡੀਜ਼ਲ ਦੀ ਕੀਮਤ ਵੱਧ ਰਹੀ ਹੈ, ਤੇ ਆਉਂਦੇ 5-6 ਮਹੀਨਿਆਂ ਤੱਕ ਏਦਾਂ ਚੱਲਦਾ ਰਿਹਾ ਤੇ 150 ਦੇ ਨੇੜੇ ਪਹੁੰਚ ਜਾਣਾ। 123 ਰੁਪਏ ਤਾਂ ਰਾਜਸਥਾਨ 'ਚ ਪਹੁੰਚ ਗਿਆ ਸੀ ਪੈਟਰੋਲ, ਆਪਣੇ ਪੰਜਾਬ 'ਚ 111 ਰੁਪਏ ਪਹੁੰਚ ਗਿਆ ਹੈ। ਸੋ ਅਲਟੀਮੇਟਲੀ ਹੈ, ਕੋਸ਼ਿਸ਼ ਹੋ ਸਕਦੀ ਹੈ ਸਰਕਾਰ ਦੀ ਵੀ ਲੋਕਾਂ ਨੂੰ ਥੋੜਾ ਜਿਹਾ ਲੋਲੀਪੌਪ ਦੇ ਦਿਓ, ਪਰ ਇਹਦੇ ਨਾਲ ਲੋਕਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ, ਕਿਉਂਕਿ 2-4 ਮਹੀਨੇ ਤੱਕ ਇਹ ਗੱਲ ਫਿਰ ਉੱਥੇ ਪਹੁੰਚਣ ਵਾਲੀ। ਦਸਾਂਝ ਸਾਹਿਬ, ਆਪਾਂ ਪੰਜਾਬ ਦੀਆਂ ਖਬਰਾਂ ਵੱਲ ਆਉਣਾ ਆ। ਬਹੁਤ ਖਬਰਾਂ ਪੰਜਾਬ ਦੀਆਂ ਨੇ ਜਿਹੜੀਆਂ ਅਸੀਂ ਨਾ ਚਾਹੁੰਦੇ ਹਾਂ ਵੀ ਰੋਜ਼ ਕਰਦੇ ਹਾਂ, ਕਾਂਗਰਸ ਦੀ ਅੰਦਰੂਨੀ ਲੜਾਈ ਦੀਆਂ। ਪਰ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਤੁਹਾਨੂੰ ਯਾਦ ਹੋਣਾ ਕੋਈ 20-25 ਸਾਲ ਪਹਿਲਾਂ ਇੱਕ ਸੁਖਦੇਵ ਸਿੰਘ ਸ਼ੀਨਾ ਸੀ ਸ਼ਾਇਦ SSP, ਉਹਨਾਂ ਨੇ ਕੁਝ ਔਰਤਾਂ ਦੇ ਮੱਥੇ 'ਤੇ ਉਕਰਾ ਦਿੱਤਾ ਸੀ ਉਹ ਮਸ਼ੀਨ ਜੀ ਨਾਲ ਕਾਲੇ ਅੱਖਰਾਂ 'ਚ ਕਿ ਮੈਂ ਚੋਰ ਹਾਂ। ਅਤੇ ਉਦੋਂ ਬੜਾ ਰੌਲਾ ਪਿਆ ਸੀ ਕਿ ਭਾਰਤ ਵਰਗੇ ਮੁਲਕ 'ਚ ਹੀ ਇੱਦਾਂ ਹੋ ਸਕਦਾ ਹੈ ਜਿੱਥੇ ਦੁਨੀਆ ਜਿਹੜੀ ਆ ਉਹ ਕਿਸੇ ਵਿਅਕਤੀ ਦੀ ਪ੍ਰਾਈਵੇਸੀ ਦੀ ਇੰਨੀ ਕਦਰ ਕਰਦੀ ਆ, ਬੰਦੇ ਦੇ ਜਿਹੜੇ ਮਨੁੱਖੀ ਅਧਿਕਾਰ ਨੇ, ਮੌਲਿਕ ਅਧਿਕਾਰ ਹੁੰਦੇ ਨੇ, ਉਹਦਾ ਕਿਤੇ ਹਨਨ ਹੋਵੇ ਤੇ ਉਹ ਬੜਾ ਵੱਡਾ ਮਸਲਾ ਹੁੰਦਾ। ਪਰ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਅਸੀਂ ਆਨੇ ਸਾਡਾ ਲੋਕਤੰਤਰ ਆ, ਉਹਦੇ ਰੂਟਸ ਬਹੁਤ ਡੂੰਘੀਆਂ ਨੇ, ਤੇ ਲੋਕਤੰਤਰੀ ਪ੍ਰਣਾਲੀ ਜਿਹੜੀ ਆ ਉਹ ਭਾਰਤ ਨੇ ਅਡੋਪਟ ਕਰਕੇ ਪਤਾ ਨਹੀਂ ਆਪਣੇ ਨਾਗਰਿਕਾਂ ਨੂੰ ਕਿੰਨੀਆਂ ਕੁ ਸਹੂਲਤਾਂ ਦੇ ਦਿੱਤੀਆਂ ਨੇ। ਤੇ ਉਹ ਐਪੀਸੋਡ ਤੋਂ ਬਾਅਦ ਵੀ ਸਬਕ ਨਹੀਂ ਸਿੱਖਿਆ, ਤੇ ਬਰਨਾਲੇ ਦੇ ਜੇਲ੍ਹ ਦਾ ਇੱਕ ਕੈਦੀ ਜੱਜ ਸਾਹਮਣੇ ਪਿੱਠ ਨੰਗੀ ਕਰਕੇ ਕਹਿੰਦਾ ਕਿ ਮੇਰੀ ਪਿੱਠ ਦੇ ਉੱਤੇ ਜੇਲ੍ਹ ਦੇ ਸੁਪਰਡੈਂਟ ਨੇ ਅੱਤਵਾਦੀ ਖੁਣਵਾ ਦਿੱਤਾ। ਤੇ ਹੁਣ ਉਹਦੀ ਇਨਕੁਆਇਰੀ ਦੀਆਂ ਗੱਲਾਂ ਹੋ ਰਹੀਆਂ ਨੇ, ਮੈਨੂੰ ਨਹੀਂ ਲੱਗਦਾ ਉਹ 'ਚੋਂ ਕੁਝ ਨਿਕਲੇ ਪਰੇ। ਪਰ ਇਹ ਕਿਹੋ ਜਿਹਾ ਮੁਲਕ ਹੈ ਕਿ ਜਿੱਥੇ ਮਨੁੱਖ ਦੀ ਕੋਈ ਕਦਰ ਹੀ ਨਹੀਂ, ਚਾਹੇ ਕੋਈ ਕੈਦੀ ਆ, ਚਾਹੇ ਕੋਈ ਅਖਲਾਕੀ ਕੈਦੀ ਆ ਜਾਂ ਰਾਜਸੀ ਕੈਦੀ ਆ, ਉਹ ਤੇ ਮਨੁੱਖੀ ਅਧਿਕਾਰ ਤੇ ਹੈ ਨਾ ਕਿਤੇ ਦਸਾਂਝ ਸਾਹਿਬ। ਤੇ ਇਹ ਲੋਕ ਜਿਹੜੇ ਨੇ ਜੇਲ੍ਹ ਸੁਪਰਡੈਂਟ ਵਰਗੇ ਜਾਂ SSP, ਇਹ ਕਿੱਥੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ? ਕੌਣ ਇਹਨਾਂ ਨੂੰ ਪੜ੍ਹਾਉਂਦਾ ਕਿ ਤੁਹਾਡੇ ਕੋਲ ਅਖਤਿਆਰ ਹੈ ਕਿ ਤੁਸੀਂ ਇਹ ਕੁਝ ਕਰ ਸਕਦੇ ਹੋ? ਦੇਖੋ ਕਿੱਥੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ, ਕਿੱਥੋਂ ਤੁਹਾਨੂੰ ਪਤਾ ਹੀ ਹੈ ਕਿ ਦੇਖੋ ਹਰ ਥਾਂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲ ਜਾਂਦੇ ਆ। ਸਿਸਟਮ ਕੁਝ ਇਸ ਕਿਸਮ ਦਾ ਹੈ ਜਿਹਦੇ 'ਚ ਕੁਝ ਇਸ ਕਿਸਮ ਦੇ ਲੋਕ ਹੁੰਦੇ ਆ ਜਿਹੜੇ ਸ਼ੁਰੂਆਤੀ ਆਪਣੇ ਜੀਵਨ 'ਚ ਕੁਝ ਖੁਦ ਡਿਸਟਰਬ ਹੁੰਦੇ ਆ, ਉਹਨਾਂ ਦੀ ਆਪਣੀ ਮਾਨਸਿਕ ਅਵਸਥਾ ਇੱਦਾਂ ਦੀ ਹੁੰਦੀ ਹੈ, ਤੇ ਜਦੋਂ ਕਿਸੇ ਉੱਚੇ ਅਹੁਦੇ ਤੇ ਪਹੁੰਚ ਜਾਂਦੇ ਆ ਤੇ ਉਹ ਮਾਨਸਿਕ ਅਵਸਥਾ ਜਿਹੜੀ ਉਹਨਾਂ ਨੂੰ ਇਹ ਸਾਰਾ ਕੁਝ ਕਰਨ ਲਈ ਮਜਬੂਰ ਕਰਦੀ ਹੈ। ਉਹਨਾਂ ਦੀ ਕਹਿ ਲਓ ਵੀ ਕੰਸਟਰਕਸ਼ਨ ਹੀ ਇੱਦਾਂ ਹੋਈ ਹੁੰਦੀ ਹੈ, ਉਹਨਾਂ ਦਾ ਆਚਰਣ ਜਿਹੜਾ ਸ਼ੁਰੂ ਤੋਂ ਇੱਦਾਂ ਦਾ ਬਣਿਆ ਹੁੰਦਾ ਹੈ, ਤੇ ਸਿਸਟਮ ਉੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦਾ ਹੈ। ਸੋ ਇਹ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਸ਼ਰਮਨਾਕ ਕੀ ਹੋ ਸਕਦਾ ਹੈ ਵੀ ਜਦੋਂ ਤੁਸੀਂ ਪੁਰਾਣੀ ਘਟਨਾ ਦਾ ਵੀ ਜ਼ਿਕਰ ਕੀਤਾ, ਔਰਤਾਂ ਦੇ ਮੱਥੇ ਤੇ ਚੋਰ ਲਿਖ ਦਿੱਤਾ ਗਿਆ ਸੀ, ਬੜਾ ਰੌਲਾ ਵੀ ਉਦੋਂ ਪਿਆ। ਹੁਣ ਇਹ ਬਰਨਾਲੇ ਦੀ ਅਦਾਲਤ ਦੇ ਵਿੱਚ ਮਾਨਸਾ ਦਾ ਇੱਕ ਬਰਨਾਲੇ ਜੇਲ੍ਹ 'ਚ ਤੇ ਮਾਨਸਾ ਦੀ ਅਦਾਲਤ ਵਿੱਚ ਜਾ ਕੇ ਉਹਨੇ ਆਪਣੀ ਪਿੱਠ ਨੰਗੀ ਕਰਕੇ ਦਿਖਾਈ ਹੈ, ਜਿੱਥੇ ਅੱਤਵਾਦੀ ਲਿਖਿਆ ਹੋਇਆ, ਪਿੱਠ ਦੇ ਉੱਤੇ ਉਹਦਾ ਵੀ ਬੜੇ ਨਿਸ਼ਾਨ ਹੈ, ਬਹੁਤ ਬੁਰੀ ਤਰ੍ਹਾਂ ਕੁੱਟਮਾਰ ਉਹਦੀ ਹੋਈ ਹੈ। ਤੇ ਅਗਲੀ ਗੱਲ ਉਹਨੇ ਨਾਲ ਇਹ ਵੀ ਦੱਸੀ ਕਿ ਉਹਨੂੰ ਪਾਠ ਤੱਕ ਨਹੀਂ ਕਰਨ ਦਿੱਤਾ ਜਾਂਦਾ ਉੱਥੇ, ਤੇ ਬਾਕੀ ਕੈਦੀਆਂ ਨਾਲ ਵੀ ਲਗਭਗ ਏਦਾਂ ਦਾ ਵਿਹਾਰ ਉਹਨੇ ਦੱਸਿਆ। ਸੋ ਇਹਦੇ ਤੇ ਹੁਣ ਜਾਂਚ ਦੀ ਗੱਲ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਇਹ ਜਾਂਚ ਦੀ ਗੱਲ ਦਾ ਜਿਹੜਾ ਹੁੰਦੀ ਹੈ, ਤੇ ਇਹਦੇ ਚ ਜਿੱਦਾਂ ਤੁਸੀਂ ਵੀ ਕਿਹਾ ਕਿ ਬਹੁਤਾ ਨਿਕਲਦਾ ਕੁਝ ਨਹੀਂ, ਗੱਲਾਂ ਲੰਮੀਆਂ ਪੈ ਜਾਂਦੀਆਂ। ਫੌਰੀ ਐਕਸ਼ਨ ਦੀ ਜ਼ਰੂਰਤ ਹੁੰਦੀ ਹੈ, ਇੱਦਾਂ ਦੇ ਇਮੀਡੀਏਟ ਐਕਸ਼ਨ ਜਿਹੜਾ ਵੀ ਚਾਹੀਦਾ ਸੀ। ਅਦਾਲਤ ਇਮੀਡੀਏਟ ਐਕਸ਼ਨ ਲੈ ਕੇ ਕਹਿੰਦੀ ਵੀ ਹੁਣੇ ਜਾ ਕੇ
ਉੱਥੇ ਮਤਲਬ ਸਰਚ ਆਪਰੇਸ਼ਨ ਹੁੰਦਾ ਜੇਲ੍ਹ ਦੇ ਵਿੱਚ, ਇਕੱਲੇ ਕੈਦੀ ਦੇ ਨਾਲ 1 to 1 ਗੱਲਬਾਤ ਹੁੰਦੀ, ਉਹਨਾਂ ਤੋਂ ਪੁੱਛਿਆ ਜਾਂਦਾ ਤੁਹਾਡੇ ਨਾਲ ਕੀ ਬਿਹੇਵ ਹੈ, ਤੇ ਨਾਲ ਦੀ ਨਾਲ ਉਹ ਸੁਪਰਡੈਂਟ ਜਿਹੜਾ ਆ ਜਾਂ ਜਿਹੜਾ ਦੋਸ਼ੀ ਅਧਿਕਾਰੀ ਹੈ ਉਹਨੂੰ ਸਸਪੈਂਡ ਹੀ ਨਹੀਂ, ਉਹਨੂੰ ਸਗੋਂ ਡਿਸਮਿਸ ਕਰਨਾ ਚਾਹੀਦਾ, ਤਾਂ ਹੀ ਇੱਕ ਸਖਤ ਕਿਸਮ ਦਾ ਮੈਸੇਜ ਜਾਂਦਾ ਹੈ। ਹੁਣ ਮੈਸੇਜ ਕੋਈ ਨਹੀਂ ਜਾ ਰਿਹਾ ਇਸ ਕਿਸਮ ਦਾ ਵੀ ਜੇ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਠੀਕ ਹੈ, 2 ਦਿਨ ਚਰਚਾ ਹੋ ਜਾਂਦੀ ਹੈ, ਅਖਬਾਰਾਂ 'ਚ ਖਬਰ ਛਪ ਜਾਂਦੀ ਹੈ, ਚੈਨਲਾਂ ਤੇ 2 ਦਿਨ ਗੱਲਾਂ ਹੋ ਜਾਂਦੀਆਂ, ਤੇ ਮੁੜ ਕੇ ਜਾਂਚ ਕਮੇਟੀ ਜੀ ਬਣਾ ਕੇ ਰੱਖ ਦਿੱਤੀ ਜਾਂਦੀ ਹੈ, ਤੇ ਪਤਾ ਹੀ ਨਹੀਂ ਲੱਗਦਾ ਮੁੜ ਕੇ ਉਸ ਜਾਂਚ ਕਮੇਟੀ ਨੇ ਕੀਤਾ ਕੀ ਹੈ। ਸੋ ਇਸ ਜਿਹਨਾਂ ਸਮਿਆਂ 'ਚ ਅਸੀਂ ਰਹਿ ਰਹੇ ਹਾਂ, ਇੱਥੇ ਨਿਆਂ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਰੁਲ ਰਿਹਾ ਨਿਆਂ, ਯਾਨੀ ਜਸਟਿਸ ਜਿਹੜਾ ਆ ਉਹ ਇਨਸਾਫ ਹੀ ਆਪਣੇ ਲਈ ਇਨਸਾਫ ਮੰਗ ਰਿਹਾ, ਏਦਾਂ ਦੀ ਹਾਲਾਤ 'ਚ ਅਸੀਂ ਗੁਜ਼ਰ ਰਹੇ ਹਾਂ। ਅੱਛਾ ਦਸਾਂ ਸਾਹਿਬ, ਹੁਣ ਕਰੀਏ ਆਪਾਂ ਥੋੜ੍ਹੀਆਂ ਜਿਹੀਆਂ ਪੰਜਾਬ ਦੀ ਸਿਆਸਤ ਦੀਆਂ ਗੱਲਾਂ। ਰੇਤ ਮਾਫੀਏ ਦਾ ਜ਼ਿਕਰ ਕਰਕੇ ਕੈਪਟਨ ਅਮਰਿੰਦਰ ਨੇ ਥੜਥੱਲੀ ਮਚਾਤੀ, ਹਾਲਾਂਕਿ ਉਹ ਖੁਦ ਵੀ ਉਹਦੇ ਵਿੱਚ ਫਸਦੇ ਨੇ ਕਿ ਹਿੱਸੇਦਾਰੀਆਂ ਤੇ ਉਹ ਵੀ ਲੈਂਦੇ ਰਹੇ ਹੋਣਗੇ, ਤੇ ਹੁਣ ਉਹਨਾਂ ਕਹਿ ਦਿੱਤਾ ਕਿ ਮੇਰੀ ਸਰਕਾਰ ਵਿੱਚ ਵੀ MLA ਤੇ ਮੰਤਰੀ ਹੈਗੇ ਸੀ ਜਿਹੜੇ ਧੰਦੇ 'ਚ ਸ਼ਾਮਲ ਸੀ, ਮੈਂ ਕਾਂਗਰਸ ਨੂੰ ਬਚਾਉਣ ਲਈ, ਕੱਲ੍ਹ ਵੀ ਆਪਾਂ ਗੱਲ ਕੀਤੀ ਥੋੜ੍ਹੀ ਜਿਹੀ, ਤੇ ਹੁਣ ਆਪੋਜੀਸ਼ਨ ਨੇ ਵੀ ਕਹਿ ਦਿੱਤਾ ਕਿ ਉਹਨਾਂ 30 ਵਿਅਕਤੀਆਂ ਦੇ ਨਾਂ ਨਸ਼ਰ ਕਰੋ, ਤੇ ਨਾਲ ਦੀ ਨਾਲ ਇਹ ਖਬਰ ਆਉਣੀ ਸ਼ੁਰੂ ਹੋ ਗਈ ਕਿ ਸ਼ਾਇਦ ਕੈਪਟਨ ਸਾਹਿਬ ਵੀ ਇਸ ਰੌਂਚ ਨੇ ਕਿ ਉਹ ਉਹਨਾਂ ਦੇ ਨਾਂ ਨਸ਼ਰ ਕਰ ਦੇਣਗੇ। ਜੇ ਉਹ ਖੁਦ ਨਾ ਫਸਦੇ ਹੋਏ ਤਾਂ ਫਿਰ ਹੋ ਸਕਦਾ ਕਿ ਉਹ ਇੱਕ ਸਿਆਸੀ ਪੈਤੜੇ ਵਜੋਂ ਕੁਝ ਲੋਕਾਂ ਦੇ ਨਾਂ ਜਿਹੜੇ ਆ ਉਹ ਨਸ਼ਰ ਕਰ ਦੇਣ। ਤੇ ਮੈਂ ਤਾਂ ਸਮਝਦਾ ਕਿ ਇਹਨਾਂ ਦੀ ਆਪਸੀ ਲੜਾਈ 'ਚੋਂ ਕਿਤੇ ਨਾ ਕਿਤੇ ਇਹ ਚੰਗੀ ਗੱਲ ਵੀ ਨਿਕਲਦੀ ਆ ਕਿ ਉਹਨਾਂ ਦੇ ਅਸੀਂ ਕਹਿੰਦੇ ਆ ਕਿ ਰਲ ਮਿਲ ਕੇ ਗੇਮਾਂ ਖੇਡਦੇ ਆ, ਭਾਵੇਂ ਆਪੋਜੀਸ਼ਨ ਹੋਵੇ, ਅਕਾਲੀ ਹੋਣ, ਕਾਂਗਰਸੀ ਹੋਣ, ਕੋਈ ਹੋਣ, ਪਰ ਜਦੋਂ ਇਹਨਾਂ ਦੇ ਘਰ 'ਚ ਕਲੇਸ਼ ਪੈਂਦਾ ਆ ਤੇ ਫਿਰ ਇੱਕ ਦੂਜੇ ਦੀਆਂ ਜਦੋਂ ਇਹ ਖਿੱਦੋ ਦੀਆਂ ਲੀਰਾਂ ਖੋਲ੍ਹਦੇ ਆ ਤੇ ਵਿੱਚੋਂ ਜਿਹੜਾ ਗੰਦ ਨਿਕਲਦਾ ਲੋਕਾਂ ਤੱਕ ਉਹ ਵੀ ਪਹੁੰਚਦਾ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਗੱਲ ਲੋਕ ਹਿੱਤ ਵਿੱਚ ਵੀ ਹੋਈ ਆ ਕਿ ਜੇ ਖੁਦ ਇੱਕ ਮੁਖੀ ਮੰਨਦਾ ਹੈ ਕਿ ਮੇਰੀ ਕੈਬਨਿਟ ਦੇ ਵਿੱਚ ਵੀ ਬੰਦੇ ਹੈਗੇ ਸੀ ਜਿਹੜੇ ਰੇਤ ਦੇ ਮਾਫੀਆ ਚਲਾਉਂਦੇ ਸੀ, ਤੇ ਹੁਣ ਉਹਨਾਂ ਨੂੰ ਇਹ ਨਾਂ ਜਿਹੜੇ ਆ ਇਹ ਵਾਕਈ ਦੇ ਦੇਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਵੀ ਚਾਨਣ ਹੋ ਸਕੇ ਕਿ ਕਿੱਦਾਂ ਸਰਕਾਰਾਂ ਚੱਲਦੀਆਂ ਨੇ ਤੇ ਕਿੱਦਾਂ ਪੈਸੇ ਦੀ ਵੰਡ ਹੁੰਦੀ ਆ, ਤੇ ਕਿੰਨਾ ਕਿ ਕੈਪਟਨ ਸਾਹਿਬ ਨੂੰ ਵੀ ਉਹਦਾ ਜਾਂਦਾ ਰਿਹਾ। ਇਹ ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ। ਐਡੀ ਵੱਡੀ ਖਬਰ ਤੋਂ ਬਾਅਦ ਮੈਂ ਤਾਂ ਕਹਿੰਦਾ ਕੋਰਟ ਨੂੰ ਸਿੱਧਾ ਨੋਟਿਸ ਲੈਣਾ ਚਾਹੀਦਾ ਤੇ ਕੈਪਟਨ ਨੂੰ ਮਜਬੂਰ ਕਰਨਾ ਚਾਹੀਦਾ ਕਿ ਉਹ ਬੰਦਿਆਂ ਦੇ ਨਾਂ ਨਸ਼ਰ ਕਰੇ ਤੇ ਸਾਰੀ ਹਿਸਟਰੀ ਸਾਹਮਣੇ ਆਵੇ। ਇੱਕ ਨਿਊਜ਼ ਰਿਪੋਰਟ ਦੇ ਵਿੱਚ 2018 ਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ 30 MLA ਹੈ ਸਰਕਾਰ 'ਚ ਬੈਠੇ ਜਿਹੜੇ ਕਾਂਗਰਸ ਦੇ, 30 MLA ਹੈ ਜਿਹੜੇ ਰੇਤੇ ਦੇ ਮਾਫੀਆ ਨਾਲ ਜੁੜੇ ਹੋਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਸਿੱਧੇ ਜਾਂ ਅਸਿੱਧੇ, ਤੇ ਉਹਦੇ ਚੋਂ ਬਹੁਤੇ ਮਾਝੇ ਤੇ ਮਾਲਵੇ ਦੇ MLA ਆ, ਤੇ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਫਰੀਦਕੋਟ ਜ਼ਿਲ੍ਹਿਆਂ ਦੇ ਆ ਬਹੁਤੇ। ਤੇ ਉਦੋਂ ਫਿਰ ਰਿਪੋਰਟ ਆ ਗਈ ਸੀ, ਸਰਕਾਰ ਦੇ ਕੋਲ ਪੇਸ਼ ਕੀਤੀ ਗਈ, ਤੇ ਕੈਪਟਨ ਅਮਰਿੰਦਰ ਨੇ ਜਿਹੜੀ 7 ਸਫ਼ਿਆਂ ਦੀ ਚਿੱਠੀ ਲਿਖੀ ਹੈ ਮੈਡਮ ਸੋਨੀਆ ਗਾਂਧੀ ਨੂੰ, ਉਹਦੇ 'ਚ ਵੀ ਇਹਦਾ ਜ਼ਿਕਰ ਕੀਤਾ ਹੈ, ਤੇ ਉਹਦੇ 'ਚ ਉਹਨੇ ਕਿਹਾ ਵੀ ਹੈ ਕਿ ਉਹ ਸੋਚ ਰਹੇ ਆ ਵੀ ਇਹਨਾਂ ਦੇ ਨਾਂ ਜਨਤਕ ਕੀਤੇ ਜਾਣ। ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਲਾਲਾ ਕਰ ਰਹੀ ਹੈ, ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਤੇ ਗੱਲ ਕਹਿਤੀ, ਸੁਖਬੀਰ ਬਾਦਲ ਨੇ, ਵੀ ਹੁਣ ਕਾਹਦੀ ਮਜਬੂਰੀ ਹੈ ਕੈਪਟਨ ਅਮਰਿੰਦਰ ਦੀ। ਉਦੋਂ ਤਾਂ ਮਜਬੂਰੀ ਦੱਸਤੀ, ਮਜਬੂਰੀ ਇਹ ਦੱਸੀ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਆਪਣੀ ਹੀ ਪਾਰਟੀ ਨੂੰ ਸ਼ਰਮਸਾਰ ਕੀਤਾ ਜਾਏ, ਵੀ ਆਪਣੀ ਹੀ ਕਾਂਗਰਸ ਪਾਰਟੀ ਨੂੰ ਸ਼ਰਮਸਾਰ ਕੀਤਾ ਜਾਏ। ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਹੁਣ ਤਾਂ ਪਰਤਾਂ ਖੁੱਲ ਗਈਆਂ, ਤੁਸੀਂ ਸਾਡੇ ਤੇ ਦੋਸ਼ ਲਾਉਂਦੇ ਰਹੇ ਹੋ। ਨਵਜੋਤ ਸਿੰਘ ਸਿੱਧੂ ਦੋਸ਼ ਲਾਉਂਦਾ ਰਿਹਾ ਮਾਈਨਿੰਗ ਦੇ ਅਕਾਲੀਆਂ ਤੇ, ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਏ ਤੇ, ਵੀ ਸਾਡੇ ਤੇ ਦੋਸ਼ ਲਾਉਂਦੇ ਰਹੇ ਆ, ਤੇ ਹੁਣ ਕਰ ਦੋ ਨਾ ਕੱਢੋ, ਜਨਤਕ ਪਤਾ ਲੱਗ ਜਾਊਗਾ ਕਿਹੜੇ ਕਿਹੜੇ ਰੇਤੇ ਦੇ ਮਾਫੀ ਜੁੜੇ ਹੋਏ। ਸੋ ਕੈਪਟਨ ਅਮਰਿੰਦਰ ਹੋਣਾ ਵੱਲੋਂ ਵੀ ਏਦਾਂ ਦੇ ਸੰਕੇਤ ਤਾਂ ਆ ਰਹੇ ਆ ਕਿ ਉਹ ਇਹ ਜਨਤਕ ਕਰ ਸਕਦੇ ਆ, ਪਰ ਇੱਕ ਸਵਾਲ ਵੀ ਉਹਨਾਂ ਤੇ ਉੱਠ ਰਿਹਾ ਵੀ ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਪ੍ਰਤੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਆ ਉਹਨੂੰ ਨਹੀਂ ਨਿਭਾਇਆ। ਤੁਸੀਂ ਮੈਡਮ ਸੋਨੀਆ ਗਾਂਧੀ ਜਾਂ ਕਾਂਗਰਸ ਪਾਰਟੀ ਦਾ ਧਿਆਨ ਰੱਖਿਆ ਵੀ ਹਾਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਹਿੱਸਾਪਤੀ ਤਾਂ ਜਾਂਦਾ ਹੀ ਰਹਿੰਦਾ, ਕਿਉਂਕਿ ਇਹ ਬਿਨਾਂ ਕਿਸੇ ਮਰਜ਼ੀ ਤੋਂ, ਸਰਪ੍ਰਸਤੀ ਤੋਂ, ਪੁਸ਼ਟ ਪਦਾਈ ਤੋਂ, ਸੱਤਾ ਦੀ ਪੁਸ਼ਟ ਪਦਾਈ ਤੋਂ ਇਸ ਤਰ੍ਹਾਂ ਦੇ ਮਾਫੀਏ ਚੱਲਿਆ ਨਹੀਂ ਕਰਦੇ। ਤੇ ਜੇ ਕੋਈ ਸੱਤਾ 'ਚ ਬੈਠਾ ਵਿਅਕਤੀ ਹੈ ਤੇ ਉਹਦੀ ਪੁਸ਼ਟ ਪਦਾਈ 'ਚ ਸਾਰਾ ਕੁਝ ਚੱਲ ਰਿਹਾ, ਤੇ ਕਿਉਂ ਜਨਤਕ ਕਰੇਗਾ? ਹੁਣ ਭਾਵੇਂ ਬਹਾਨਾ ਹੋਵੇ ਵੀ ਹਾਂ ਵੀ ਮੈਂ ਚਾਹੁੰਦਾ ਸੀ ਵੀ ਨਾ ਸ਼ਰਮਸਾਰ ਹੋਵੇ ਪਾਰਟੀ, ਪਰ ਜੇ ਹੁਣ ਤੁਸੀਂ ਜਨਤਕ ਕਰਨੇ ਆ ਜਿਹਦਾ ਕਹਿ ਰਹੇ ਹੋ ਤੇ ਫਿਰ ਕਰ ਦਿਓ। ਜੇ ਨਹੀਂ ਜਨਤਕ ਕਰਦੇ ਤੁਸੀਂ ਤੇ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਾਣ ਹੈਗੀ ਹੈ।
ਤੇ ਸਵਾਲ ਤਾਂ ਹੁਣ ਨਵਜੋਤ ਸਿੰਘ ਸਿੱਧੂ ਤੇ ਵੀ ਆ ਗਿਆ ਤੇ ਚੰਨੀ ਤੇ ਵੀ ਆ ਗਿਆ ਵੀ ਕੈਪਟਨ ਅਮਰਿੰਦਰ ਤਾਂ ਪਾਰਟੀ ਨੂੰ ਬਚਾਉਂਦੇ ਰਹੇ ਸ਼ਰਮਸਾਰ ਹੋਣ ਤੋਂ, ਤੇ ਰਿਪੋਰਟ ਤਾਂ ਹੁਣ ਜਿਹੜੀ ਇਸ ਵੇਲੇ ਦੀ ਸਰਕਾਰ ਹੈ ਚੰਨੀ ਹੋਰਾਂ ਦੀ, ਉਹਨਾਂ ਦੇ ਕੋਲ ਵੀ ਪਈ ਹੈ ਨਾ, 30 MLA ਦੀ ਲਿਸਟ ਤਾਂ ਉਹਨਾਂ ਕੋਲ ਵੀ ਹੈ। ਉਹੀ ਜਨਤਕ ਕਰ ਦੇਣ, ਕਿਹੜਾ ਹਿੰਮਤ ਕਰੇਗਾ ਹੁਣ। ਨਵਜੋਤ ਸਿੰਘ ਸਿੱਧੂ ਬੜੀ ਉੱਚੀ ਸੁਰ ਦੇ ਵਿੱਚ ਕੈਪਟਨ ਅਮਰਿੰਦਰ ਦੇ ਖਿਲਾਫ ਕੱਲ ਬੋਲੇ ਆ, ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ। ਉਹ ਕਹਿ ਰਹੇ ਸੀ ਵੀ ਫਿਰ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੈਪਟਨ ਅਮਰਿੰਦਰ ਨੂੰ ਵੀ ਸਾਰਾ ਕੁਝ ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ ਸੀ ਕਿ ਤੂੰ ਬੁਜ਼ਦਿਲ ਸੀ, ਕਾਇਰ, ਫਰਾਡ। ਜੇ ਉਹ ਬੁਜ਼ਦਿਲ ਸੀ, ਕਾਇਰ ਸੀ, ਫਰਾਡ ਸੀ, ਤੇ ਸਰਕਾਰ ਤੁਹਾਡੇ ਕੋਲ ਹੈ, ਸੂਚੀ ਤੁਹਾਡੇ ਕੋਲ ਵੀ ਹੈ। ਤੁਸੀਂ ਤਾਂ ਬੁਜ਼ਦਿਲ ਹੈ ਨਹੀਂ, ਫਰਾਡ ਹੈ ਨਹੀਂ, ਕਾਇਰ ਹੈ ਨਹੀਂ, ਤੁਸੀਂ ਸੂਚੀ ਜਾਰੀ ਕਰ ਦਿਓ। ਸੂਚੀ ਕੋਈ ਕੈਪਟਨ ਅਮਰਿੰਦਰ ਆਪਣੇ ਨਾਲ ਥੋੜ੍ਹਾ ਲੈ ਗਏ, ਸੂਚੀ ਦਾ ਰਿਕਾਰਡ 'ਚ ਹੈ ਨਾ, ਤੇ ਚੰਨੀ ਹੋਰੀ ਕਰ ਦੇਣ ਜਾਂ ਨਵਜੋਤ ਸਿੰਘ ਸਿੱਧੂ ਕਰਾ ਲੈਣ। ਸੋ ਬੜਾ ਅਜੀਬ ਜਿਹਾ ਮਾਹੌਲ ਬਣਿਆ ਹੈ। ਗੱਲ ਠੀਕ ਹੈ ਤੁਹਾਡੀ ਕਿ ਜਿਹੜਾ ਜਨਤਕ ਗਲਿਆਰਿਆਂ ਦੇ ਵਿੱਚ ਲੋਕਾਂ ਦੇ ਵਿੱਚ ਚਰਚਾ ਚੱਲ ਪਈ ਹੈ, ਲੋਕਾਂ ਨੂੰ ਪਤਾ ਲੱਗ ਰਿਹਾ ਹੈ ਇਸ ਲੜਾਈ ਦੇ ਵਿੱਚੋਂ ਕੁਝ ਏਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਜਿਹੜੀਆਂ ਸ਼ਾਇਦ ਲੋਕਾਂ ਦੇ ਕੋਲ ਨਹੀਂ ਸੀ ਆਉਣੀਆਂ, ਪਰ ਜੇ ਉਹ ਜਨਤਕ ਹੋ ਜਾਣਗੀਆਂ ਤਾਂ ਬੜੀ ਤਸੱਲੀ ਬਚ ਜਾਣੀ ਹੈ। ਕਾਂਗਰਸ ਪਾਰਟੀ ਤਾਂ ਬਚਦੀ ਨਹੀਂ। ਉਹ MLA ਜਿਹੜੇ ਇਹ 'ਚ ਇਨਵੋਲਵ ਹੋਣਗੇ ਤੇ ਉਹ ਧੜੇਬਾਜ਼ੀ ਦੇ ਵਿੱਚ ਕਦੀ ਇੱਧਰ ਹੁੰਦੇ ਦੇਖੇ ਆਪਾਂ, ਕਦੀ ਉੱਧਰ ਹੁੰਦੇ ਦੇਖੇ ਆ। ਜਦੋਂ ਕੈਪਟਨ ਦਾ ਪਲੜਾ ਭਾਰੀ ਕੈਪਟਨ ਵੱਲ, ਜਦੋਂ ਨਵਜੋਤ ਸਿੱਧੂ ਦਾ ਪਲੜਾ ਭਾਰੀ ਸਿੱਧੂ ਵੱਲ, ਤੇ ਜੇ ਉਹਨਾਂ ਦੇ ਨਾ ਹੀ ਜਨਤਕ ਹੋ ਗਏ ਤੇ ਨਾ ਸਿੱਧੂ ਬਚਾ ਸਕੇ ਉਹਨਾਂ ਨੂੰ, ਨਾ ਕੈਪਟਨ ਬਚਾ ਸਕੇ, ਤੇ ਉਹ ਤਾਂ ਘਰ ਬੈਠਣ ਜੋਗੇ ਰਹਿ ਜਾਣਗੇ। ਸੋ ਇਸ ਕਰਕੇ ਬੜਾ ਟਫ ਜਿਹਾ ਮਾਮਲਾ ਹੈ। ਪਰ ਇਹਦੇ ਤੇ ਸਾਰੇ ਜਿਹੜੇ ਆ ਹਮਾਮ ਹੈ ਨਾ, ਇਹਦੇ ਚ ਸਾਰੇ ਰੰਗੇ ਆ। ਮੈਨੂੰ ਨਹੀਂ ਕੋਈ ਬਹੁਤੀ ਉਮੀਦ ਵੀ ਐਡਾ ਬੋਲਡ ਸਟੈਪ ਕੋਈ ਕੈਪਟਨ ਅਮਰਿੰਦਰ ਉੱਠ ਸਕਦੇ ਆ, ਉਹਨਾਂ ਦੇ ਨਾਂ ਜਨਤਕ ਕਰਨਗੇ, ਕਿਉਂਕਿ ਇਨਵੋਲਵਮੈਂਟ ਇਹਨਾਂ ਦੀ ਵੀ ਗਿਣੀ ਜਾਣੀ ਹੈ ਕਿ ਤੁਸੀਂ ਪੁਸ਼ਤ ਬਣਾਈ ਤੁਹਾਡੀ ਸੀ। ਤੇ ਜਿਹੜੇ ਆਪੋਜੀਸ਼ਨ ਵਾਲੇ ਮੰਗ ਰਹੇ ਨੇ, ਡਿਮਾਂਡ ਕਰ ਰਹੇ ਨੇ, ਸੁਖਬੀਰ ਨਹੀਂ, ਉਹਨਾਂ ਨੇ ਵੀ ਬਥੇਰੇ ਹੱਥ ਰੰਗੇ ਆ ਜੀ। ਉਹਨਾਂ ਦੇ ਸਮੇਂ ਦੇ ਵਿੱਚ ਵੀ ਆਪਾਂ ਇਹ ਰੇਤ ਵਾਲਾ ਮਾਫੀਆ ਕਿਤੇ ਇਹ ਹੁਣ ਥੋੜਾ ਸ਼ੁਰੂ ਹੋਇਆ ਕਿ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ। ਉਹ ਤੋਂ ਪਹਿਲਾਂ ਜਿਹੜੀ ਨੇਰਗਰਦੀ ਸੁਖਬੀਰ ਬਾਦਲ ਹੋਰਾਂ ਦੀ ਸਰਕਾਰ ਵੇਲੇ ਚੱਲਦੀ ਰਹੀ ਆ, ਉਹਨੂੰ ਵੀ ਤੇ ਅੱਖੋਂ ਪਰੋਖੇ ਨਹੀਂ ਨਾ ਕਰ ਸਕਦੇ। ਉਹ ਨਾਂ ਵੀ ਤੇ ਵਿੱਚ ਆਉਣਗੇ ਨਾ ਫਿਰ। ਮੈਂ ਤਾਂ ਕਿਹਾ ਇਸ ਹਮਾਮ ਸਾਰੇ ਲੱਗੇ ਆ ਜੀ। ਇਹ ਤਾਂ ਇੱਕ ਜੋ ਮਰਜ਼ੀ ਕਹੀ ਜਾਓ, ਸ਼ੁਰੂਆਤ ਤਾਂ ਮਾਫੀਆ ਦੀ, ਚਾਹੇ ਟਰਾਂਸਪੋਰਟ ਮਾਫੀਆ ਹੋਵੇ, ਰੇਤੇ ਦਾ ਮਾਫੀਆ ਹੋਵੇ, ਸ਼ਰਾਬ ਦਾ ਮਾਫੀਆ ਕਿਸੇ ਵੇਲੇ 2002 ਤੋਂ 2007 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਰਾਬ ਦਾ ਮਾਫੀਆ ਪੌਂਟੀ ਚੱਡਾ ਉਦੋਂ ਇੱਕ ਬਹੁਤ ਮਸ਼ਹੂਰ ਨਾਂ ਹੁੰਦਾ ਸੀ, ਜਿਹਦਾ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਨੇ, ਤੇ ਉਹਨੇ ਪਰ ਸ਼ਬਦਾਂ ਦੀ ਮਰਿਆਦਾ ਭੁੱਲ ਕੇ ਪੌਂਟੀ ਚੱਡਾ ਦੀ ਕੁੱਛੜ 'ਚ ਬੈਠਾ ਸੀ। ਇਹ ਏਦਾਂ ਦੇ ਜ਼ਿਕਰ ਕੀਤੇ ਆ। ਸੋ ਮੈਨੂੰ ਲੱਗਦਾ ਵੀ ਇਹਦੇ 'ਚ ਇਹ ਸਾਰੇ ਦੰਗੇ ਆ। ਇਹ ਪਿਛਲੇ 30 ਸਾਲ ਦਾ ਜਿਹੜਾ ਦੌਰ ਹੈ ਆਪ ਨੂੰ ਲੁੱਟਣ ਤੇ ਕੁੱਟਣ ਹੋ ਰਿਹਾ, ਤੇ ਸ਼ੁਰੂਆਤ ਜਿਹਨੇ ਮਰਜ਼ੀ ਕੀਤੀ ਹੋਵੇ ਕੁੱਟਣ ਤੇ ਲੁੱਟਣ ਲਈ ਦੋਵੇਂ ਧਿਰਾਂ ਜਿਹੜੀਆਂ ਵਿੱਚੇ ਭਾਰਤੀ ਜਨਤਾ ਪਾਰਟੀ ਸਾਰੇ ਸ਼ਾਮਲ ਆ। ਕੋਈ ਇਹਦੇ 'ਚ ਏਦਾਂ ਦਾ ਨਹੀਂ ਹੈ ਜਿਹਨੂੰ ਤੁਸੀਂ ਸਕਦੇ ਜਿਹਨੇ ਹੱਥ ਨਾ ਰੰਗੇ ਹੋਣ। ਅੱਛਾ ਦਸਾਂਝ ਸਾਹਿਬ, ਆਪਾਂ ਜਦੋਂ ਨਵਜੋਤ ਸਿੱਧੂ ਦੀ ਖਬਰ ਬਾਰ-ਬਾਰ ਕਰਦੇ ਹਾਂ ਰੋਜ਼, ਤੇ ਸ਼ਬਦਾਂ ਦੀ ਮਰਿਆਦਾ ਦੀ ਵੀ ਗੱਲ ਤੁਸੀਂ ਵੀ ਖਬਰ ਦਿੱਤੀ ਆ, ਤੇ ਸ਼ਬਦਾਂ ਦੀ ਮਰਿਆਦਾ ਤਾਂ ਮੈਨੂੰ ਲੱਗਦਾ ਜਿਹੜਾ ਬੜੇ ਸੁਲਝੇ ਸਿਆਸਤਦਾਨ ਉਹ ਵੀ ਨਹੀਂ ਕਰ ਰਹੇ ਇਸ ਵੇਲੇ। ਕੈਪਟਨ ਸਾਹਿਬ ਜਿਹੜੇ ਸ਼ਬਦਾਵਲੀ ਸਿੱਧੂ ਦੇ ਖਿਲਾਫ ਬੋਲਦੇ ਨੇ, ਜਿਸ ਤਰ੍ਹਾਂ ਉਹਨੂੰ ਮਿਸਫਿਟ ਤੇ ਬੜਾ ਨਿਕੰਮਾ ਵਿਅਕਤੀ ਤੇ ਇਸ ਤਰ੍ਹਾਂ ਕਹਿੰਦੇ ਨੇ, ਨਿੱਜੀ ਹਮਲਾ ਕਰਦੇ ਨੇ, ਤੇ ਫਿਰ ਉਮੀਦ ਤੇ ਇਹੋ ਹੀ ਆ ਨਾ ਕਿ ਉਹਨੂੰ ਵੀ ਜਵਾਬ ਦੇਣਾ ਹੀ ਪਏਗਾ। ਜੋ ਨਹੀਂ ਦੇਗਾ ਜਵਾਬ, ਉਹ ਤੇ ਉਦਾਂ ਹੀ ਅਗਰੈਸਿਵ ਹੈ। ਆਪਾਂ ਨੂੰ ਸਭ ਨੂੰ ਪਤਾ, ਕੰਮ ਕੋਈ ਕਰੇ ਜਾਂ ਨਾ ਕਰੇ, ਘੱਟੋ ਘੱਟ ਉਹ ਅਗਰੈਸਿਵ, ਉਹਦੀ ਰਣਨੀਤੀ ਜਿਹੜੀ ਹਮੇਸ਼ਾ ਇਹ ਰਹੀ ਆ ਕਿ ਉਹ ਅੱਗੇ ਆ ਕੇ ਉੱਚੀ ਬੋਲ ਕੇ ਆਪਣੀ ਅਗਰੈਸਿਵਨੈਸ ਦਿਖਾ ਕੇ ਆਪਣੀ ਗੱਲ ਸੁਣਾਉਣ 'ਚ ਕਾਮਯਾਬ ਵੀ ਹੁੰਦਾ ਰਿਹਾ। ਤੇ ਕਿਤੇ ਨਾ ਕਿਤੇ ਉਹਨੇ ਇਹ ਕਿਹਾ ਵੀ ਆ ਸਾਰੀ ਗੱਲ 'ਚ ਕਿ ਮੇਰੇ ਲਈ ਦਰਵਾਜ਼ੇ ਬੰਦ ਕੀਤੇ ਸੀ, ਹੁਣ ਨੱਕ ਨਾਲ ਲਕੀਰਾਂ ਕਿਹਦੀਆਂ ਕਢਾਈਆਂ, ਨੱਕ ਮਿੱਟੀ 'ਚ ਕਿਹਦਾ ਰਗੜਿਆ, ਦਰਵਾਜ਼ੇ ਕਿਹਦੇ ਬੰਦ ਹੋਏ। ਮਤਲਬ ਉਹਨੇ ਜਵਾਬ ਜਿਹੜੇ ਦਿੱਤੇ ਨੇ, ਕਿਤੇ ਨਾ ਕਿਤੇ ਕੈਪਟਨ ਸਾਹਿਬ ਵੀ ਤੇ ਇਹੋ ਕੁਝ ਕਰਦੇ ਰਹੇ ਨਾ ਜੀ। ਜਦੋਂ ਇੱਕ ਵਿਅਕਤੀ ਨੂੰ ਤੁਸੀਂ ਕਹੀ ਜਾਓ ਕਿ ਵਿਅਕਤੀ ਕਿਸੇ ਕੰਮ ਦਾ ਹੀ ਨਹੀਂ ਆ, ਇੱਕ ਮੰਤਰੀ ਰਿਹਾ ਹੋਵੇ ਉਹਨਾਂ ਦੀ ਕੈਬਨਿਟ ਦੇ ਵਿੱਚ, ਤੇ ਹੁਣ ਉਹ ਪ੍ਰਧਾਨ ਹੋਵੇ ਕਾਂਗਰਸ ਦਾ, ਤੇ ਜਾਂਦਾ ਜਾਂਦਾ ਮੁੱਖ ਮੰਤਰੀ ਜਾਣ ਤੋਂ ਪਹਿਲਾਂ ਵੀ ਤੇ ਬਾਅਦ ਵੀ ਉਹਦੇ ਤੇ ਨਿੱਜੀ ਹਮਲੇ ਕਰੇ, ਤੇ ਫਿਰ ਉਹਦੇ ਕੋਲ ਉਮੀਦ ਤੇ ਹੋਈ ਹੈ ਨਾ ਉਹਦੇ ਤੇ ਵੀ ਤੇ ਉਸ ਤਰ੍ਹਾਂ ਦਾ ਹੀ ਵਾਰ ਹੋਏਗਾ ਨਾ। ਇਕੱਲੇ ਆਪਾਂ ਨਵਜੋਤ ਨੂੰ ਦੋਸ਼ੀ ਨਹੀਂ ਕਰਾਰ ਦੇ ਸਕਦੇ। ਇਹ ਸਿਆਸਤ ਹੀ ਹੁਣ ਇਦਾਂ ਦੀ ਆ, ਸਾਰੇ ਭਾਸ਼ਾ ਵਰਤ ਰਹੇ ਆ। ਇੱਥੋਂ ਤੱਕ ਕਿ ਜਾਖੜ ਸਾਹਿਬ ਵਿਅੰਗ ਦੇ ਭਾਸ਼ਾ 'ਚ ਟਵੀਟ ਕਰਦੇ ਨੇ, ਉਹ ਵੀ ਤੇ ਸ਼ਬਦਾਵਲੀ ਇਦਾਂ ਦੀ ਵਰਤ ਰਹੇ ਨੇ ਅੱਜ ਕੱਲ੍ਹ। ਕੌਣ ਨਹੀਂ ਕਰ ਰਿਹਾ? ਦੇਖੋ ਗੱਲ ਇਹ, ਜਦੋਂ ਅਸੀਂ ਇਹ ਕਹਿਣ ਲੱਗ ਪੈਂਦੇ ਨਾ ਹਰਜੀਤ ਗਿੱਲ ਜੀ, ਕੌਣ ਨਹੀਂ ਕਰ ਰਿਹਾ, ਕੌਣ, ਫਿਰ ਅਸੀਂ ਉੱਥੇ ਆ ਕੇ ਖੜ ਜਾਂਦੇ ਆ ਵੀ ਅਸੀਂ ਵੀ
ਇਦਾਂ ਨਹੀਂ ਹੋਣੀ ਚਾਹੀਦੀ। ਅਸੀਂ ਜਿਹੜੀ ਪੋਲੀਟੀਕਲ ਲੈਂਗੁਏਜ ਦੀ ਇੱਕ ਪੂਰਾ ਇੱਕ ਜ਼ਾਬਤਾ ਹੁੰਦਾ, ਅਸੀਂ ਉਹਦੇ ਮੁਦਈ ਆ। ਜਿਹੜਾ ਵੀ ਕਰ ਰਿਹਾ, ਚਾਹੇ ਕੈਪਟਨ ਕਰ ਰਿਹਾ, ਨਵਜੋਤ ਸਿੱਧੂ ਕਰ ਰਿਹਾ, ਜਾਂ ਜਿਹੜਾ ਵੀ ਕਰ ਰਿਹਾ, ਇਹ ਥੋੜ੍ਹਾ ਵਾ। ਅਸੀਂ ਏਦਾਂ ਥੋੜ੍ਹਾ ਕਹਿ ਸਕਦੇ ਹਾਂ ਵੀ ਹਾਂ ਕੈਪਟਨ ਨੇ ਉਹਨੂੰ ਇਹ ਕਿਹਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਇਸ ਕਰਕੇ। ਪਰ ਇੰਨੇ ਮਤਲਬ ਤੁਸੀਂ ਪੋਲਿਟਿਕਸ ਜਿਹੜੀ ਹੈ, ਪੋਲਿਟਿਕਸ ਦਾ ਇੱਕ ਮੀਡੀ ਗੁਣ ਹੁੰਦਾ ਵੀ ਤੁਸੀਂ ਬੜਾ ਕੁਝ ਕਰ ਜਾਣਾ ਹੁੰਦਾ, ਪਰ ਉਹਦੇ ਬਾਵਜੂਦ ਤੁਸੀਂ ਜਿਹੜਾ ਕੀਤਾ ਹੁੰਦਾ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਈ ਸਾਲਾਂ ਬਾਅਦ ਪਤਾ ਲੱਗਦਾ ਕਿ ਮੇਰੇ ਨਾਲ ਕੀ ਵਾਪਰ ਗਿਆ। ਚਤੁਰ ਸਿਆਸਤਦਾਨ ਤਾਂ ਏਦਾਂ ਹੁੰਦਾ ਹੈ। ਇਹ ਕੋਈ ਚਤਰਾਈ ਥੋੜੋ ਆ ਜਿਹਦਾ ਤੁਸੀਂ ਲੜਨ ਲੱਗਦੇ ਹੋ। ਉਹਦੀ ਬਾਡੀ ਲੈਂਗੁਏਜ ਵੀ ਏਦਾਂ, ਪਤਾ ਨਹੀਂ ਕਿਸੇ ਨੂੰ ਸਵਾਲ ਕਰ ਦਿੱਤਾ, ਉਹਦਾ ਚੁੱਪ ਕਾਕਾ ਚੁੱਪ ਹੋ ਜਾ, ਤੂੰ ਮੇਰੀ ਸੁਣ, ਮੇਰੀ ਸੁਣ ਮੈਂ ਦੀ ਜਿਹੜੀ ਗੱਲ ਹੈ ਉਹ ਦੇ ਵਿੱਚ ਜਿੱਦਾਂ ਸਾਹਮਣੇ ਵਾਲੇ ਬੰਦੇ ਨੂੰ ਹੁਣੇ ਢਾਕ ਕੇ ਕੁੱਟਣਾ ਹੁੰਦਾ। ਇਹ ਤਾਂ ਕੋਈ ਨਵੀਂ ਕਿਸਮ ਦੀ ਲੈਂਗੁਏਜ ਹੈ ਜਿਹੜੀ ਬਿਲਕੁਲ ਵੀ ਸੂਟ ਨਹੀਂ ਕਰਦੀ। ਇਹ ਇਹਨਾਂ ਦੀ ਗੱਲ ਪੈ ਜਿਸ ਢੰਗ ਨਾਲ ਨਵਜੋਤ ਸਿੱਧੂ ਚੱਲਦੇ ਆ, ਇਹਨਾਂ ਦੇ ਆਪਣੇ MLA, ਇਹਨਾਂ ਦੇ ਆਪਣੇ ਵਿਧਾਇਕਾਂ ਨੇ ਕਿਸੇ ਇਹਨਾਂ ਦੇ ਗੱਲ ਪੈ ਜਾਣਾ, ਕਿਉਂਕਿ ਤੁਸੀਂ ਇੱਕ ਬ੍ਰਿਤਾਂਤ ਦੀ ਨੈਰੇਟਿਵ ਜਾਂ ਉਸਾਰਤਾ ਵੀ ਏਦਾਂ ਹੁੰਦੀ ਹੈ, ਤੇ ਫਿਰ ਗੁੱਸੇ ਨਾਲ ਬੋਲ ਕੇ ਉੱਚੀ ਆਵਾਜ਼ ਸੱਚਾ ਥੋੜਾ ਸਾਬਤ ਹੋ ਜਾਂਦਾ। ਜੇ ਤੁਸੀਂ ਸੱਚੇ ਆ ਤਾਂ 2 ਦਿਨ ਪਹਿਲਾਂ ਹੀ ਤੁਸੀਂ ਆਪਣੀ ਸਰਕਾਰ ਦੇ ਉੱਤੇ ਇੰਨੀ ਬੁਰੀ ਤਰ੍ਹਾਂ ਹਮਲਾਵਰ ਹੋਏ, कहता है लॉलीपॉप है जी, आप ही कहते रहे बिजली रेट घट होने चाहिए, जे 3 रुपए बिजली ते मुक्ति करती अपनी सरकार 10 घंटे भी नहीं गुजरे ते मुड़ के केदारनाथ की यात्रा ते चढ़ के किहड़े मुद्दे ते खड़े आ, कित्थे खड़े आ, क्लैरिटी तां करन। चंगा बहुत लगदा आपां नूं लाल करदे ओने इदां दी गल्लां कर, किहड़े प्लेटफार्म ते खड़ के कीतियां ते किहदे लई कीतियां, मकसद पिछे की है। ਇਹ ਨੂਰਾ ਕੁਸ਼ਤੀ ਚੱਲ ਰਹੀ ਹੈ, ਰਲ ਕੇ ਖੇਡ ਰਹੇ ਨੇ ਸਾਰੇ, ਲੋਕਾਂ ਨੂੰ ਮੂਰਖ ਬਣਾ ਰਹੇ ਨੇ, ਇੱਕ ਨਵੇਂ ਕਿਸਮ ਦਾ ਇੱਕ ਮਾਹੌਲ ਸਿਰਜ ਰਹੇ ਨੇ। ਇਹ ਤਾਂ ਪਿੰਡਾਂ ਦੇ ਵਿੱਚ ਤੁਸੀਂ ਦੇਖੋ, ਹੁਣ ਕੈਪਟਨ ਅਮਰਿੰਦਰ ਦੀ ਪਾਰਟੀ ਬਣ ਜਾਣੀ ਹੈ ਨਾ, ਪਿੰਡਾਂ 'ਚ ਉਹਦਾ ਵੀ ਧੜਾ ਹੋਇਆ ਤੇ ਤੁਹਾਨੂੰ ਨਵਜੋਤ ਸਿੰਘ ਸਿੱਧੂ ਦਾ ਵੀ ਧੜਾ ਹੋਇਆ। ਇਹਨਾਂ ਦੇ ਪਿੰਡਾਂ ਦੇ ਵਿੱਚ ਲੜਾਈਆਂ ਕੌੜੀਆਂ, ਇਹਨਾਂ ਦੇ ਦੇਖੋ ਖੂਨ ਖਰਾਬੇ ਹੁੰਦੇ ਪਿੰਡਾਂ 'ਚ। ਇਹ ਤੇ ਨਿਸ਼ਾਨ ਸਾਹਿਬ ਇਹਦੇ ਵਿੱਚ ਨਾ ਫਿਰ ਜਿੱਦਾਂ ਆਪਾਂ ਸਿਆਸਤਦਾਨਾਂ ਨੂੰ ਕਹਿੰਦੇ ਸੁਭਾਅ 'ਚ ਸਾਰੇ ਨੰਗੇ ਆ, IPS ਅਫਸਰ ਰਹੇ ਆ ਤੇ ਉਹਨਾਂ ਨੂੰ ਅਸੀਂ ਜੱਟ ਬੂਟ ਵੀ ਨਹੀਂ ਕਹਿ ਸਕਦੇ, ਕਿਉਂਕਿ ਉਹ ਜੱਟ ਨਹੀਂ ਗਏ। ਮੁਹੰਮਦ ਮੁਸਤਫਾ ਹਰੀ, ਉਹਨਾਂ ਦੀ ਸ਼ਬਦਾਵਲੀ ਵੀ ਵੇਖ ਲਓ, ਜੋ ਉਹਨਾਂ ਨੇ ਕਿਹਾ ਕਿ ਕੈਪਟਨ ਨੇ ਆਪਣੇ ਪਾਲਤੂ ਤੇ ਪਿੱਛ ਲੱਗੂ ਅਫਸਰਾਂ ਨੂੰ ਅਹੁਦੇ ਬਖਸ਼ੇ, ਤੇ ਉਹਨਾਂ ਨੇ ਤੇ ਜਿਹੜੇ ਉਸ ਸਮੇਂ ਦੇ ਚੀਫ ਸੈਕਟਰੀ ਰਹੇ ਆ ਅਰਜਨ ਅਵਤਾਰ ਕੀ ਨਾਂ ਸੀ ਉਹਨਾਂ ਦਾ, ਉਹਨਾਂ ਬਾਰੇ ਵੀ ਬੜੀ ਮੰਦੀ ਭਾਸ਼ਾ ਕਹੀ ਸੀਗੀ। ਤੇ ਸਵਾਲ ਕਰਨ ਵਾਲੇ ਪੱਤਰਕਾਰ ਜਿਨ੍ਹਾਂ ਨੂੰ ਕਿਹਾ ਕਾਕਾ ਚੁੱਪ ਕਰ, ਉਹਨਾਂ ਦੇ ਵੀ ਤੁਸੀਂ ਸਵਾਲ ਵੇਖੋ ਤੇ ਉਹਨਾਂ ਦੇ ਜਿਸ ਤਰੀਕੇ ਨਾਲ ਹਾਸੇ ਨਿਕਲਦੇ ਨੇ, ਜਿਸ ਤਰੀਕੇ ਨਾਲ ਉਹ ਨੌਨ ਸੀਰੀਅਸ ਟਾਈਪ ਕੁਐਸਚਨ ਕਰਦੇ ਨੇ। ਜਦੋਂ ਸਿੱਧੂ ਇਹ ਵੀ ਤਾਂ ਕਹਿੰਦਾ ਨਾ ਕਿ ਮੈਨੂੰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੋ, ਛੱਡੋ ਯਾਰ ਇਹ ਗੱਲ ਨੂੰ, ਪਰ ਉਹ ਬਾਰ-ਬਾਰ ਉਸ ਚੀਜ਼ਾਂ ਨੂੰ ਚੁੱਕਦੇ ਨੇ, ਮਜ਼ਾ ਲੈਂਦੇ ਨੇ, ਤੇ ਉਹ ਪੱਤਰਕਾਰੀ ਦਾ ਮਿਆਰ ਵੀ ਉਹੋ ਜਿਹਾ ਜਿਹੋ ਜਿਹਾ ਸਾਡੇ ਲੀਡਰ ਸਾਹਿਬਾਨਾਂ ਦਾ ਵਾ। ਇਹ ਜਿਹੜਾ ਓਵਰਆਲ ਜਦੋਂ ਆਪਾਂ ਕਰਪਸ਼ਨ ਦੀ ਵੀ ਗੱਲ ਕਰਦੇ ਹੁੰਦੇ ਆ, ਕਹਿੰਦੇ ਵੀ ਇੱਥੇ ਕਰਪਸ਼ਨ ਹੈ, ਸਰਕਾਰੀ ਬਾਬੂ ਪੈਸੇ ਮੰਗਦਾ ਜੀ ਕੰਮ ਕਰਾਉਣ ਦਾ, ਤੇ ਮੈਂ ਉਦੋਂ ਇਹ ਕਹਿੰਦਾ ਹੁੰਦਾ ਕਿ ਜਿਹੜੀ ਜੜ ਦੇ ਜੇ ਇਹ ਜਿਹੜਾ ਬਦਲ ਰਹੀਆਂ, ਜਿਹੜੀ ਸੱਤਾ ਜਿਹੜੀ ਹੈ ਨਾ ਜੀ, ਸੱਤਾ ਜਿਸ ਦੇਗੀ ਹੇਠਾਂ ਉਹ ਸਾਰੀਆਂ ਚੀਜ਼ਾਂ ਉੱਦਾਂ ਹੀ ਜਾਣਗੀਆਂ, ਉਹ ਸਾਰੇ ਪਾਸੇ ਚੀਜ਼ਾਂ ਲਾਗੂ ਹੁੰਦੀਆਂ ਜਾਣਗੀਆਂ, ਇੰਪੋਜ਼ ਹੁੰਦੀਆਂ ਜਾਣਗੀਆਂ। ਇੱਕ ਪੋਲੀਟੀਕਲ ਲੈਂਗੁਏਜ ਇਦਾਂ ਦੀ ਬਣੇਗੀ, ਹੌਲੀ ਹੌਲੀ ਪੱਤਰਕਾਰਾਂ ਦੀ ਭਾਸ਼ਾ ਵੀ ਉਦਾਂ ਦੀ ਬਣੇਗੀ। ਦੂਜੀ ਗੱਲ ਹੈ ਬਈ ਇੱਥੇ ਕੋਈ ਇਲਮ ਤਾਂ ਹੈ ਨਹੀਂ ਕਿਸੇ ਨੂੰ, ਗਿਆਨ ਦੇ ਤਾਂ ਲਾਗੇ ਨਹੀਂ ਜਾਣਾ ਦਾ ਕੋਈ, ਗਿਆਨ ਨਹੀਂ ਹਾਸਲ ਕਰਨਾ ਚਾਹੁੰਦਾ। ਮੈਂ ਜਾਣਦਾ ਕਿ ਕੰਮ ਕਰਨ ਬੱਚੇ ਨਵੇਂ ਆਉਂਦੇ ਆ ਜਿਹੜੇ ਕੰਮ ਕਰਦੇ, ਮੈਨੂੰ ਬੜੀ ਤਕਲੀਫ ਹੁੰਦੀ ਹੈ ਕਿ ਉਹ ਕੋਈ ਉਹਨਾਂ ਦਾ ਕੋਈ ਏਦਾਂ ਦਾ ਇੰਟਰਸਟ ਨਹੀਂ ਹੈ ਕਿ ਉਹਨਾਂ ਨੇ ਥੋੜਾ ਬਹੁਤ ਵੀ ਗਿਆਨ ਹਾਸਲ ਕਰਨਾ ਹੈ। ਬਸ ਉਹਨਾਂ ਨੂੰ ਬਸ ਬੋਲਣਾ ਮਾੜਾ ਮੋਟਾ ਸਕਿੱਲ ਇਹ ਆ ਜਾਵੇ, ਬੋਲਣ ਦੀ, ਤੁਸੀਂ ਬੋਲਣਾ ਆ ਜਾਵੇ, ਤੇ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈਗੀ। ਜਿਸ ਤਰ੍ਹਾਂ ਦਾ ਮੀਡੀਆ ਅਸੀਂ ਇੱਥੇ ਡਿਵੈਲਪ ਕਰਦੇ ਹਾਂ, ਚੀਕਣਾ ਹੋਣਾ ਚਾਹੀਦਾ, ਕੁਛ ਨਹੀਂ ਹੋਣਾ ਚਾਹੀਦਾ। ਜਸਾਂ ਸਾਹਿਬ ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਹੈ, ਜੇ ਇੱਕ ਮਿੰਟ ਲਈ ਮੈਨੂੰ ਹੋਰ ਬਰਦਾਸ਼ਤ ਕਰ ਸਕਦੇ ਹੋ, ਥੋੜਾ ਜਿਹਾ ਇਹਨੂੰ ਚੈੱਕ ਕਰ ਲਓ। ਤੇ ਇੱਕ ਸਵਾਲ ਮੇਰੇ ਕੋਲ ਹੋ ਰਿਹਾ, ਜਰਨਲਿਜ਼ਮ ਦੇ ਉੱਤੇ ਵੀ ਆਪਾਂ ਕਿਸੇ ਦਿਨ ਵੱਖਰਾ ਪ੍ਰੋਗਰਾਮ ਕਰਾਂਗੇ, ਜ਼ਰੂਰ ਕਰਾਂਗੇ, ਕਿਉਂਕਿ ਆਪਾਂ ਨੂੰ ਇਹ ਬੜਾ ਪਿੰਚ ਕਰਦਾ ਹੈ ਕਿ ਜਰਨਲਿਜ਼ਮ ਦਾ ਜਿਹੜਾ ਮਿਆਰ ਹੈ, ਪਹਿਲਾਂ ਯੂਨੀਵਰਸਿਟੀਆਂ ਵਿੱਚ ਜਰਨਲਿਜ਼ਮ ਪੜ੍ਹਾਇਆ ਜਾਂਦਾ ਸੀ, ਹੁਣ ਪਤਾ ਨਹੀਂ ਜਰਨਲਿਜ਼ਮ ਕਿੱਥੋਂ ਕਰਕੇ ਆਉਂਦੇ। ਮੈਂ ਤੇ ਚੈਨਲਾਂ ਦਾ ਹੀ ਵੇਖਦੇ ਹਾਂ ਕਿ ਉਹ ਬੜੀਆਂ ਐਡਾਂ ਲਾਉਂਦੇ ਨੇ ਕਿ ਸਾਡੇ ਇੰਸਟੀਚਿਊਟ 'ਚ ਆ ਕੇ ਜਰਨਲਿਜ਼ਮ ਸਿੱਖੋ, ਤੇ ਜਿਹੜੇ ਉਹ ਪ੍ਰਚਾਰ ਕਰਨ ਵਾਲੇ ਉਹਨਾਂ ਦਾ ਜਰਨਲਿਜ਼ਮ ਜਦੋਂ ਵੇਖਦੇ ਆ ਤੇ ਫਿਰ ਉੱਦਾਂ ਦੇ ਗਾਂਹ ਉਹਨਾਂ ਦੇ ਚੇਲੇ ਪੈਦਾ ਹੋਣੇ ਆ ਨਾ ਜੀ,
ਹੁਣ ਜਰਨਲਿਜ਼ਮ ਵੀ ਪ੍ਰਾਈਵੇਟ ਹੱਥਾਂ 'ਚ ਮੇਰੇ ਖਿਆਲ ਸਾਰਾ ਕੁਝ ਚਲਾ ਗਿਆ। ਯੂਨੀਵਰਸਿਟੀਆਂ ਦੇ ਉਹ ਪ੍ਰੋਫੈਸਰ, ਉਹ ਅਧਿਆਪਕ ਸ਼ਾਇਦ ਜਰਨਲਿਜ਼ਮ ਦੀਆਂ ਕਲਾਸਾਂ ਘੱਟ ਲਾਉਂਦੇ ਹੋਣ ਜਾਂ ਹੋਣਗੀਆਂ ਕਿਤੇ, ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਵਾ। ਤੁਸੀਂ ਜਰਨਲਿਜ਼ਮ ਨਾਲ ਲੰਬੇ ਸਮੇਂ ਤੋਂ ਜੁੜੇ ਹੋ, ਤੇ ਹੁਣ ਜਿਹੜੀ ਜਰਨਲਿਜ਼ਮ ਦੀ ਪੜ੍ਹਾਈ ਆ ਉਹ ਚੈਨਲ ਕਰਾਉਂਦੇ ਨੇ ਕਿ ਕੋਈ ਇਸ ਤਰ੍ਹਾਂ ਦੇ ਅਦਾਰੇ ਕਰਾਉਂਦੇ ਨੇ, ਮੈਨੂੰ ਨਹੀਂ ਪਤਾ। ਤਾਂ ਹੀ ਪ੍ਰੋਡਕਸ਼ਨ ਜਿਹੜੀ ਇਹੋ ਜਿਹੀ ਆ ਰਹੀ ਆ ਜਿਹਨੂੰ ਅਸੀਂ ਰੋਜ਼ ਵੇਖਦੇ ਤੇ ਸੁਣਦੇ ਹਾਂ। ਤੇ ਇੱਕ ਲਾਸਟ ਖਬਰ ਮੈਂ ਤੁਹਾਡੇ ਨਾਲ ਕਰਨੀ ਆ, ਉਹ ਇਹ ਕਿ ਆਪਾਂ ਆਪਣੇ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ। 2-3 ਸਾਲ ਪੁਰਾਣੀ ਗੱਲ ਹੈ, ਮੇਰੇ ਖਿਆਲ 3 ਸਾਲ ਵੀ ਨਹੀਂ ਹੋਏ, ਇੱਕ ਬੜਾ ਹਾਦਸਾ ਹੋਇਆ ਸੀ ਬਟਾਲੇ, ਜਾਲੀ ਫੈਕਟਰੀ ਪਟਾਕਿਆਂ ਦੀ, ਕਾਫੀ ਨੁਕਸਾਨ ਹੋਇਆ ਸੀ, ਬੜਾ ਰੌਲਾ ਪਿਆ ਸੀ, ਬੈਸ ਭਰਾਵਾਂ ਤੇ ਵੀ ਬੜੇ ਇਤਰਾਜ਼ ਹੋਏ ਸੀ ਉਦੋਂ। ਤੇ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਫੈਕਟਰੀ ਫੜੀ ਆ। ਇਹ ਵਰਤਾਰਾ ਬੰਦ ਨਹੀਂ ਹੁੰਦਾ ਸਾਡੇ ਮੁਲਕ 'ਚ। ਜਦੋਂ ਕੋਈ ਘਟਨਾ ਹੁੰਦੀ ਆ ਤੇ ਦਿਹਾੜੀ ਖਬਰਾਂ ਲੱਗ ਜਾਂਦੀਆਂ, ਪਰ ਫਿਰ ਮੁੜ ਕੇ ਸਾਰੇ ਹੀ ਸੌਂ ਜਾਂਦੇ ਆ। ਨਾ ਅਧਿਕਾਰੀ, ਨਾ ਸਰਕਾਰ, ਨਾ ਪ੍ਰਸ਼ਾਸਨ, ਤੇ ਨਾ ਹੀ ਲੋਕ ਚੇਤਨ ਨੇ ਜਿਨ੍ਹਾਂ ਦੇ ਲਾਗੇ ਚੱਲਦੀ ਹੋਊਗੀ। ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਨਾ। ਸਾਡੇ ਇੱਥੇ ਕਿ ਡਰਾਈਵੇ 'ਤੇ ਲਿਆ ਕੇ ਟਰੱਕ ਖੜਾ ਕਰ ਲਏ ਤੇ ਗੁਆਂਢੀ ਉਸੇ ਵੇਲੇ ਸਿਟੀ ਨੂੰ ਫੋਨ ਕਰ ਦਿੰਦਾ ਕਿ ਟਰੱਕ ਖੜਾ ਜੀ ਗਲੀ 'ਚ ਆ ਕੇ, ਤੇ ਅਸੀਂ ਉਹਨੂੰ ਬੜਾ ਕਹਿੰਦੇ ਆ ਉੱਥੇ ਵੀ ਇਹ ਬੜਾ ਚੁਗਲ ਬੰਦਾ, ਬੜਾ ਮਾੜਾ ਬੰਦਾ ਆ। ਤੇ ਨਾਗਰਿਕ ਦੇ ਵੀ ਤੇ ਕੋਈ ਫਰਜ਼ ਨੇ ਨਾ। ਨਾਗਰਿਕ ਵੀ ਸੁੱਤੇ ਰਹਿੰਦੇ ਆ, ਲਾਗੇ ਜੋ ਮਰਜ਼ੀ ਹੁੰਦਾ ਰਹੇ, ਸਾਨੂੰ ਕੀ, ਸਾਡਾ ਕੀ ਜਾਂਦਾ। ਤੇ ਜਿੱਦਣ ਜਾਂਦਾ ਫਿਰ ਉਦੋਂ ਪਤਾ ਲੱਗਦਾ, ਤੇ ਦਿਹਾੜੀ ਇੱਕ ਖਬਰ ਛਪ ਜਾਂਦੀ ਤੇ ਗੱਲ ਉੱਥੇ ਰਹਿ ਜਾਂਦੀ ਆ। ਸਬਕ ਨਹੀਂ ਸਿੱਖਦੇ ਅਸੀਂ ਆਪਣੇ ਪਿਛਲੇ ਇਤਿਹਾਸ ਤੋਂ। ਯਾਦ ਕਰਾਤਾ, ਸਮਾਂ ਤਾਂ ਘੱਟ ਹੈ, ਯਾਦ ਕਰਾਤਾ ਤੁਸੀਂ ਮੈਨੂੰ। ਟਰੱਕ ਦੀ ਗੱਲ ਤੁਸੀਂ ਕੀਤੀ ਹੈ, ਮੈਂ ਰੋਜ਼ ਜਾਂਦਾ ਸੀ ਸਕੂਲ ਦਫ਼ਤਰ ਆਪਣੇ ਦੇਸ਼ ਸੇਵਕ ਅਖਬਾਰ ਤੇ। ਬਿਲਕੁਲ ਜਿਹੜਾ ਪ੍ਰਮੁੱਖ ਸੜਕ, ਜਿਹੜੀ ਮੁੱਖ ਸੜਕ ਆ, ਉੱਥੇ ਨਾ ਸਾਈਡ ਤੇ ਬੈਕ ਜਿੱਦਾਂ ਬੈਕਯਾਰਡ ਚ ਦੇ ਨਾਲ ਸੜਕ ਲੱਗਦੀ ਸੀ, ਉੱਥੇ ਇੱਕ ਟਰੱਕ ਰੋਜ਼ ਖੜਾ ਹੁੰਦਾ ਸੀ। ਮੈਨੂੰ ਬੜੀ ਤਕਲੀਫ ਹੋਣੀ ਵੀ ਦੇਰ ਰਾਤ ਨੂੰ ਕੋਈ ਆਉਂਦਾ ਜਾਂਦਾ ਹਨੇਰੇ ਚ, ਉੱਥੇ ਲਾਈਟ ਕੋਈ ਵਿੱਚ ਵੱਜੂਗਾ, ਐਕਸੀਡੈਂਟ ਹੋ ਜਾਊਗਾ। ਮੈਂ 5-4 ਦਿਨ ਤੱਕ ਕੋਲ ਲੰਘਦਾ ਰਿਹਾ, ਤੇ ਫਿਰ ਇੱਕ ਦਿਨ ਮੇਰਾ ਨੇੜਲਾ ਉੱਥੇ ਥਾਣਾ ਸੀ, ਉੱਥੇ ਮੈਂ ਜਾ ਕੇ ਦਰਜ ਕਰਵਾਈ ਵੀ ਇਹਨੂੰ ਇੱਥੋਂ ਹਟਾਓ, ਕੋਈ ਐਕਸੀਡੈਂਟ ਹੋ ਜਾਊ। ਉਹ ਉੱਥੇ ਉਹ ਮੁਨਸ਼ੀ ਜਿਹਾ ਕਹਿੰਦਾ ਮੈਨੂੰ, ਕਹਿੰਦਾ ਤੁਸੀਂ ਕੀ ਲੈਣਾ ਜੀ, ਤੁਸੀਂ ਆਪ ਦਾ ਕੰਮ ਕਰੋ। ਆਪਣੇ ਕੰਮ ਮੈਂ ਨਾਲ ਕਿਹਾ ਯਾਰ ਇਹ ਕੋਈ ਗੱਲ ਹੈ। ਫਿਰ ਮੈਂ ਆਪਣੇ ਇੰਸਪੈਕਟਰ ਸੀਗਾ, ਉਹਨੂੰ ਫੋਨ ਕੀਤਾ, ਮੇਰੇ ਨਾਲ ਪੜਿਆ ਸੀ, ਉਹਨੇ ਜਾ ਕੇ ਫੋਨ ਕਰਕੇ ਤਾਂ ਮਤਲਬ ਇਹ ਆਮ ਜੀ ਗੱਲ ਹੈ ਸਾਡੇ ਇੱਥੇ, ਕੋਈ ਮਤਲਬ ਬਹੁਤ ਨਹੀਂ ਕਰਦਾ। ਰਿਹਾਇਸ਼ੀ ਇਲਾਕੇ ਬਣੀਆਂ ਹੋਈਆਂ ਜਿੰਨੇ ਪਟਾਕੇ ਪਟੂਕੇ ਜਿਹੜੇ ਜਾਂਦੇ ਨਾ, ਜਿਹੜਾ ਧਮਾਕੇ ਧਮੂਕੇ ਹੁੰਦੇ ਆ, ਰਿਹਾਇਸ਼ੀ ਇਲਾਕਿਆਂ 'ਚ ਹੀ ਹੈ। ਤੇ ਲੋਕ ਵੀ ਕੋਈ ਕੱਲ ਹੀ ਇਹਨਾਂ ਦੁਸ਼ਮਣੀ ਮੁੱਲ ਲੈਣੀ, ਅਸੀਂ ਇਤਰਾਜ਼ ਕਰਾਂਗੇ, ਸਾਡੇ ਨਾਲ ਲੜਨਗੇ, ਹਨਾ, ਗੱਲ ਪੈਣਗੇ। ਏਦਾਂ ਹੀ ਧੱਕਾ ਧੁੱਕਾ ਜਿਹੜਾ ਚੱਲੀ ਜਾਂਦਾ ਹੈ। ਤੇ ਜੇ ਸਰਕਾਰਾਂ ਪਾਰਦਰਸ਼ਤਾ ਦੇ ਨਾਲ ਕੰਮ ਕਰਨ, ਟ੍ਰਾਂਸਪੇਰੈਂਸੀ ਨਾਲ ਕੰਮ ਕਰੇ, ਤਾਂ ਇਹ ਚੀਜ਼ਾਂ ਨਾ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਆਵਾਜ਼ ਕਾਫੀ ਕੱਟ ਰਹੀ ਆ, ਉਹਦਾ ਫਾਇਦਾ ਨਹੀਂ ਕੋਈ ਬਹੁਤੀ ਲੰਬੀ ਗੱਲ ਕਰਨ ਦਾ। ਉੱਦਾਂ ਲੋਕ ਸਾਡੇ ਉਹਨਾਂ ਨੂੰ ਭਾਨੀ ਮਾਰ ਤੇ ਕਈ ਕੁਝ ਕਹਿ ਦਿੰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦਾ ਕੋਈ ਕਰਦੇ ਨੇ। ਮੈਨੂੰ ਯਾਦ ਹੈ ਸਾਡੇ ਪਿੰਡ ਇੱਕ ਹੋਇਆ ਕਰਦੇ ਸੀ ਰਿਟਾਇਰਡ ਫੌਜੀ ਅਫਸਰ ਕੈਪਟਨ ਸਰੂਪ ਸਿੰਘ। ਮੈਂ ਉਹਨਾਂ ਨੂੰ ਸਾਰੀ ਉਮਰ ਧੁੱਪ ਦੇ ਵਿੱਚ ਸਾਈਕਲ ਦੇ ਉੱਤੇ ਤਰੀਕਾ ਭੁਗਤਦਾ ਵੇਖਦਾ ਸੀਗਾ। ਕਦੀ ਉਹਨਾਂ ਦੀ ਕੰਪਲੇਂਟ ਬੈਂਕ ਦੇ ਖਿਲਾਫ, ਕਦੀ ਸਕੂਲ ਦੇ ਟੀਚਰਾਂ ਦੇ ਖਿਲਾਫ, ਕਦੀ ਡੀਪੂ ਵਾਲੇ ਦੇ ਖਿਲਾਫ, ਤੇ ਸਾਰਾ ਪਿੰਡ ਉਹਨਾਂ ਦਾ ਦੁਸ਼ਮਣ ਸੀਗਾ। ਤੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣਦਾ, ਕਹਿੰਦੇ ਸ਼ਦਾਈ ਆ ਫੌਜੀ। ਪਰ ਉਹ ਬੰਦਾ ਇੰਨਾ ਸਿਆਣਾ ਸੀਗਾ। ਕਈ ਵਾਰ ਮੈਨੂੰ ਯਾਦ ਆਉਂਦਾ, ਮੇਰੇ ਫਾਦਰ ਦੇ ਉਹ ਦੋਸਤ ਹੁੰਦੇ ਸੀ, ਘਰ ਵੀ ਆਉਂਦੇ ਹੁੰਦੇ ਸੀ, ਤੇ ਬਹੁਤ ਵਧੀਆ ਉਹ ਕਲਰਕ ਰਹੇ ਸੀ ਜੀ ਆਪਣੀ ਫੌਜ ਦੇ ਵਿੱਚ, ਤੇ ਬੜੀ ਵਧੀਆ ਡਰਾਫਟਿੰਗ ਪਾਵਰ ਵੀ ਸੀ ਉਹਨਾਂ ਕੋਲ। ਬਹੁਤ ਵੱਡੀ ਚਿੱਠੀ ਡਰਾਫਟ ਕਰਦੇ, ਸਾਰੇ ਲੋਕ ਚਿੱਠੀਆਂ ਉਹਨਾਂ ਕੋਲ ਲਿਖਾਉਂਦੇ ਹੁੰਦੇ ਸੀ ਇੰਗਲਿਸ਼ 'ਚ ਸਰਕਾਰੀ ਦਰਬਾਰੇ। ਪਰ ਉਹ ਵਿਅਕਤੀ ਇਕੱਲਾ ਜਿੱਦਾਂ ਸੰਘਰਸ਼ ਕਰਦਾ ਰਿਹਾ, ਮੈਂ ਵੇਖਦਾ ਅੱਜ ਮੈਨੂੰ ਯਾਦ ਆਉਂਦਾ ਕਿ ਧੁੱਪ ਦੇ ਵਿੱਚ ਸਾਈਕਲ ਦੇ ਉੱਤੇ ਚੜ੍ਹ ਕੇ ਤਰੀਕ, ਮੇਰੇ ਖਿਆਲ ਮਹੀਨੇ 'ਚ ਉਹਦੀਆਂ 15 ਤਰੀਕਾਂ ਪੈਂਦੀਆਂ ਸੀ, ਕਦੀ ਅੰਮ੍ਰਿਤਸਰ ਦੀ ਕਚਹਿਰੀ ਤੇ ਕਦੀ ਉੱਥੇ। ਅੱਧਾ ਪਿੰਡ ਉਹਦਾ ਦੁਸ਼ਮਣ ਬਣਿਆ ਸੀ ਇਸ ਗੱਲ ਤੇ ਹੀ ਕਿ ਉਹ ਵਿਅਕਤੀ ਕਿਸੇ ਦੀ ਵੀ ਵਧੀਕੀ ਬਰਦਾਸ਼ਤ ਨਹੀਂ ਸੀ ਕਰਦਾ। ਉਹਨੂੰ ਲੋਕੀ ਕਹਿੰਦੇ ਇਹ ਕੌਣ ਆ, ਨਾ 3 ਚੋਂ ਨਾ 13 ਚੋਂ। ਮਤਲਬ ਸਾਡਾ ਸਮਾਜ ਵੀ ਇੱਦਾਂ ਦਾ ਹੀ ਆ, ਕਿਤੇ ਨਾ ਕਿਤੇ ਅਸੀਂ ਵੀ ਮਤਲਬ ਸਾਰਾ ਕੁਝ ਜਿਹੜਾ ਨਾ ਗਵਾ ਬੈਠੇ ਹਾਂ। ਫਿਰ ਅਸੀਂ ਉੱਤੇ ਰੁਦਨ ਕਰਦੇ ਰਹਿੰਦੇ ਹਾਂ ਵੀ ਸਾਡੇ ਨਾਲ ਇੱਦਾਂ ਹੋ ਰਿਹਾ, ਅਸੀਂ ਖੁਦ ਵੀ ਉਹਦੇ ਜ਼ਿੰਮੇਵਾਰ ਹਾਂ। ਚਲੋ ਕੋਈ ਨਹੀਂ, ਸਮੇਂ ਦੇ ਨਾਲ ਨਾਲ ਚੀਜ਼ਾਂ ਤਬਦੀਲ ਹੁੰਦੀਆਂ ਰਹਿਣਗੀਆਂ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਹਾਂਜੀ।